ਸਾਹਿਬ ਜੀ। ਕਰਹੁ ਬੇਨੰਤੀ ਸੁਨਹੁ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ ਹਾਂ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ ਔਧ ਘਟੈ ਦਿਨਸਰੈ ਨਾਰੇ। ਮਨ ਗੁਰ ਮਿਲ ਕਾਜ ਸੁਵਾਰੇ। ਉਹ ਸੰਸਾਰ ਬਿਕਾਰ ਸੰਸੇ ਮੈਂ ਹਰਿਓ ਬ੍ਰਹਮ ਗਿਆਨੀ। ਜਿਸੈ ਜਗਾਵੈ ਆਵੈ ਇਹੋ ਰਸ। ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ। ਹਰ ਮਨ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜ। ਬਹੁਰ ਨ ਹੋਏ ਗੋ ਫੇਰਾ। ਅੰਤਰਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੈ ਸੁਖ ਮੰਗੈ। ਓਕੋ ਕਰ ਸੰਤਨ ਕੀ ਤੂਰੇ। ਕਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਸੋਈ ਸੁਗੜ ਸੁਜਾਨੀ। ਤਿਨਹਿ ਸੁਣਿਆ ਦੁਖ ਸੁਖ ਮੇਰਾ। ਤੋ ਬਿਦ ਨੀਕੀ ਘਟਾਨੀ। ਜੀ ਕੀ ਏਕ ਹੀ ਪੈ ਮਾਨੀ। ਅਵਰ ਜਤਨ ਕਰ ਰਹੇ ਬਹੁਤ ਤੇਰੇ।
ਤਿਨ ਤਿਲ ਨਹੀਂ ਕੀਮਤ ਜਾਨੀ। ਜਿਸਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ, ਪਤਿਤ ਪਾਵਨ ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਪਵਿੱਤਰ ਅਗੰਮੀ ਬਾਣੀ ਕੀਰਤਨ ਦੇ ਰੂਪ ਦੇ ਵਿੱਚ, ਨਿਤਨੇਮ ਦੇ ਰੂਪ ਵਿੱਚ ਸਰਵਣ ਕੀਤੀ ਹੈ। ਇਸ ਵੇਲੇ ਆਪਾਂ ਲੜੀਵਾਰ ਸਤਿਗੁਰਾਂ ਦੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਨੇ ਤਿਸ ਨੂੰ ਸਰਵਣ ਕਰੀਏ। ਸਰੀਰ ਕਰਕੇ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਬੈਠ ਗਏ, ਮਨ ਨੂੰ ਵੀ ਲਿਆ ਕੇ ਟਿਕਾਈਏ ਤਾਂ ਕਿ ਸਾਨੂੰ ਇਹ ਸ਼ਬਦ ਜਿਹੜਾ ਹੈ ਗਿਆਨ ਇਸ ਦੀ ਸੋਝੀ ਪ੍ਰਾਪਤ ਹੋਵੇ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀਆਂ ਦਾ ਇਹ ਉਪਦੇਸ਼ ਆਪਾਂ ਸਰਵਣ ਕਰਨ ਜਾ ਰਹੇ ਹਾਂ। ਧਨਾਸਰੀ ਰਾਗ ਦਾ ਇਹ ਸ਼ਬਦ ਹੈ। ਵਿਦਵਾਨਾਂ ਨੇ ਦਿਨ ਦੇ ਤੀਜੇ ਪੈਰ ਇਸ ਰਾਗ ਨੂੰ ਗਾਉਣ ਦਾ ਸਮਾਂ ਨਿਯਤ ਕੀਤਾ ਹੈ ਕਿ ਇਸ ਰਾਗ ਨੂੰ ਇਸ ਸਮੇਂ ਗਾਇਆ ਜਾ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ 671 ਅੰਗ ਦੇ ਉੱਪਰ ਇਹ ਜੋ ਸ਼ਬਦ ਹੈ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਜਿਸਕਾ ਤਨ ਮਨ ਧਨ ਸਭ ਤਿਸਕਾ। ਸਤਿਗੁਰੂ ਬਖਸ਼ਿਸ਼ ਕਰਦੇ ਜਿਸ ਪਰਮਾਤਮਾ ਨੇ ਸਾਨੂੰ ਤਨ ਕਹੀਏ ਸਰੀਰ ਦਿੱਤਾ ਹੈ। ਇਹ ਸਰੀਰ ਵੀ ਤੇ ਪਰਮਾਤਮਾ ਦਾ ਹੀ ਹੈ। ਇਹ ਸਰੀਰ ਦੇ ਅੰਦਰ ਮਨ ਹੈ। ਮਨ ਕਹਿੰਦੇ ਫੁਰਨਿਆਂ ਨੂੰ, ਸੰਕਲਪਾਂ ਨੂੰ। ਸੰਕਲਪ ਤੇ ਫੁਰਨੇ ਵੀ ਤਾਂ ਹੀ ਹੋਣਗੇ ਜੇ ਸਰੀਰ ਹੋਵੇਗਾ। ਇਹ ਬਣਤਰ ਜਿਹੜੀ ਹੈ ਪਰਮਾਤਮਾ ਨੇ ਬਣਾਈ ਹੈ। ਪਹਿਲਾਂ ਸਰੀਰ ਬਣਾਇਆ ਹੈ। ਸਰੀਰ ਬਣਨ ਤੋਂ ਬਾਅਦ ਵਿੱਚ ਫਿਰ ਮਨ ਕਹੀਏ ਫੁਰਨੇ ਬਣ ਗਏ। ਉਹਨਾਂ ਫੁਰਨਿਆਂ ਦੀ ਪ੍ਰਾਪਤੀ ਕਰਦਾ ਹੈ। ਫੁਰਨੇ ਬਣ ਗਏ, ਇਹ ਵੀ ਪਰਮਾਤਮਾ ਦੇਣ ਵਾਲਾ ਹੈ। ਤੇ ਤੀਜਾ ਬਚਨ ਮਹਾਰਾਜ ਕਹਿਣ ਲੱਗੇ ਧਨ ਸਭ ਤਿਸਕਾ। ਇਹ ਜਿਹੜਾ ਧਨ ਹੈ, ਮਾਇਆ ਦੌਲਤ, ਜਿੰਨੇ ਵੀ ਪਦਾਰਥ ਵਸਤੂਆਂ ਨੇ ਇਹ ਵੀ ਸਾਰੇ ਪਰਮਾਤਮਾ ਦੇ ਨੇ। ਮਹਾਰਾਜ ਜੀਆਂ ਨੇ ਤਾਂ ਹੀ ਇਹ ਬਚਨ ਲਿਖਿਆ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਆਈਏ ਇਹ ਤਨ ਵੀ ਮੇਰੇ ਗੁਰੂ ਦਾ ਹੈ। ਜਦੋਂ ਗੁਰੂ ਕਿਤੇ ਲੇਖੇ ਲਾਉਣਾ ਚਾਹਵੇ, ਵਰਤਣਾ ਚਾਹਵੇ ਤੇ ਵਰਤ ਸਕਦਾ, ਕਿਉਂਕਿ ਜਿਹਦਾ ਹੋਵੇ ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਲਵੇ। ਜੇ ਮੈਂ ਆਪਣਾ ਇਹ ਤਨ ਸਰੀਰ ਗੁਰੂ ਨੂੰ ਦੇ ਦਿੱਤਾ ਤੇ ਇਹ ਗੁਰੂ ਦਾ ਹੈ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਇਹ ਤਨ ਮੈਂ ਤੁਹਾਨੂੰ ਭੇਟ ਕਰ ਦਿੱਤਾ ਹੈ, ਇਹ ਤੁਹਾਡਾ ਹੈ। ਮਹਾਰਾਜ ਨੂੰ ਜਿੱਥੇ ਮਰਜ਼ੀ ਆਪ ਜੀ ਵਰਤ ਲਓ। ਬਚਨ ਆਉਂਦਾ ਨਾ ਵੀ ਮਹਾਰਾਜ ਸਾਹਿਬ ਜੀ ਜਦੋਂ ਡੱਲੇ ਦੇ ਕੋਲ ਪਹੁੰਚੇ, ਦਮਦਮਾ ਸਾਹਿਬ ਦੀ ਧਰਤੀ 'ਤੇ, ਉਸ ਵੇਲੇ ਭਾਈ ਡੱਲਾ ਮਹਾਰਾਜ ਦਾ ਸਿੱਖ ਸ਼ਰਧਾਲੂ ਬਣਿਆ ਤੇ ਆਖਣ ਲੱਗਾ ਮਹਾਰਾਜ ਇੰਨੀ ਵੱਡੀ ਬਿਪਤਾ ਮੁਸੀਬਤ ਵਿੱਚ ਲੰਘ ਕੇ ਆਏ, ਆਪ ਜੀ ਕਿਰਪਾ ਕਰਕੇ ਮੈਨੂੰ ਸੁਨੇਹਾ ਭੇਜ ਦਿੰਦੇ। ਮੇਰੇ ਕੋਲ ਵੀ ਮਹਾਰਾਜ ਬੜੇ ਬੜੇ ਤਕੜੇ ਸੂਰਮੇ ਸਨ, ਬਲ ਵਾਲੇ। ਤੇ ਪਾਤਸ਼ਾਹ ਮੈਂ ਵੀ ਇਹਨਾਂ ਨੂੰ ਲੈ ਕੇ ਪਹੁੰਚਦਾ, ਪਹਾੜੀ ਰਾਜਿਆਂ ਦੇ ਨਾਲ ਆਪਾਂ ਜੰਗ ਕਰਕੇ ਜਿੱਤ ਜਾਂਦੇ, ਜਾਂ ਹੋਰ ਜਿਹੜੇ ਰਾਜੇ ਸਨ ਉਹਨਾਂ ਨਾਲ ਜੰਗ ਕਰਕੇ ਜਿੱਤ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਡੱਲ ਸਿੰਘ ਚਲੋ, ਜਿਹੜਾ ਸਮਾਂ ਨਿਕਲ ਗਿਆ, ਬਤੀਤ ਹੋ ਗਿਆ, ਹੁਣ ਉਹਦੇ 'ਤੇ ਕੀ ਵਿਚਾਰ ਕਰਨੀ ਹੈ।
ਜੋ ਵੀ ਹੋਇਆ ਮਾਲਕ ਦਾ ਭਾਣਾ ਸੀ। ਪਰ ਭਾਈ ਡੱਲ ਸਿੰਘ ਡੱਲਾ ਕਹਿਣ ਲੱਗਾ, ਨਹੀਂ ਮਹਾਰਾਜ, ਮੇਰੇ ਸੂਰਮੇ ਬੜੇ ਬਲ ਵਾਲੇ, ਬਹੁਤੇ ਜ਼ੋਰ ਵਾਲੇ, ਤਾਕਤ ਵਾਲੇ, ਬੜੇ ਸਿਆਣੇ। ਵਾਰ-ਵਾਰ ਆਪਣੇ ਸੂਰਮਿਆਂ ਦੀ ਤਾਰੀਫ ਕਰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਾਣ ਲਿਆ ਇਹਦੇ ਮਨ ਵਿੱਚ ਥੋੜ੍ਹਾ ਮਾਣ ਹੈ, ਅਤੇ ਜੇ ਸਿੱਖ ਦੇ ਮਨ ਵਿੱਚ ਮਾਣ ਰਹਿ ਗਿਆ ਤਾਂ ਇਹਦੀ ਗਤ ਨਹੀਂ ਹੋਣੀ, ਮੁਕਤੀ ਨਹੀਂ ਹੋਵੇਗੀ। ਇਹਦਾ ਮਾਣ ਮੇਟਣਾ ਚਾਹੀਦਾ ਹੈ, ਤਾਂ ਕਿ ਜੇ ਸਿੱਖ ਬਣਿਆ ਹੈ, ਸੇਵਾ ਕਰਦਾ ਹੈ, ਅਤੇ ਇਹਨੂੰ ਇਹਦਾ ਫਲ ਜ਼ਰੂਰ ਮਿਲੇ। ਕਿਤੇ ਕਿਸੇ ਭੜਕਣਾ ਦੇ ਵਿੱਚ ਆ ਕੇ ਕਿਤੇ ਜਨਮਾਂ ਵਿੱਚ ਨਾ ਰਹਿ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਠੀਕ ਹੈ। ਕਹਿਣ ਲੱਗੇ, ਸਾਨੂੰ ਕੋਈ ਸੇਵਕ ਇੱਕ ਬੰਦੂਕ ਦੇ ਕੇ ਗਿਆ, ਅਸੀਂ ਉਹਦਾ ਨਿਸ਼ਾਨਾ ਪਰਖਣ ਲੱਗੇ, ਅਤੇ ਆਪਣੇ ਕਿਸੇ ਸੂਰਮੇ ਨੂੰ ਬੁਲਾਓ, ਅਸੀਂ ਨਿਸ਼ਾਨਾ ਪਰਖ ਲਈਏ। ਜਦੋਂ ਇਹ ਬਚਨ ਸੁਣਿਆ ਅਤੇ ਡੱਲ ਸਿੰਘ ਦੇ, ਭਾਈ ਡੱਲਾ ਜੀਆਂ ਦੇ ਜਿਹੜੇ ਸਾਥੀ ਸਨ, ਸੰਗੀ, ਕਹਿਣ ਲੱਗੇ ਵੀ ਉਹ ਦੌੜ ਗਏ ਉਸ ਵੇਲੇ ਵੀ ਮਹਾਰਾਜ ਨੇ ਗੋਲੀ ਮਾਰ ਕੇ ਬੰਦਾ ਮਾਰ ਦੇਣਾ ਹੈ। ਜਦੋਂ ਕੋਈ ਵੀ ਪਿੱਛੇ ਖੜਾ ਨਾ ਦਿਖਾਈ ਦਿੱਤਾ ਤੇ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ, ਭਾਈ ਡੱਲ ਸਿੰਘ ਕਿੱਧਰ ਗਏ ਤੇਰੇ ਉਹ ਆਦਮੀ ਜਿਹੜੇ ਬੜੇ ਤਾਕਤ ਵਾਲੇ ਸਨ, ਬੜੇ ਬੜੇ ਵੱਡੇ ਦਿਲਾਂ ਵਾਲੇ ਸਨ? ਕਹਿਣ ਲੱਗਾ, ਮਹਾਰਾਜ ਉਹ ਤੇ ਭੱਜ ਗਏ ਨੇ, ਦੌੜ ਗਏ ਨੇ, ਮੈਨੂੰ ਧੋਖਾ ਦੇ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ, ਸਾਡੇ ਦੋ ਸਿੱਖ ਜਿਹੜੇ ਨੇ ਨਾ, ਉਹ ਘੋੜਿਆਂ ਨੂੰ ਘਾਹ ਪਾਉਂਦੇ ਪਏ ਨੇ, ਜਾਓ ਜਾ ਕੇ ਉਹਨਾਂ ਨੂੰ ਸੁਨੇਹਾ ਦੇ ਦਿਓ ਵੀ ਮਹਾਰਾਜ ਸਾਹਿਬ ਜੀਆਂ ਨੇ ਗੋਲੀ ਦੀ ਪਰਖ ਕਰਨੀ ਹੈ, ਇਹ ਸੁਨੇਹਾ ਦੇਣਾ ਹੈ। ਜਦੋਂ ਜਾ ਕੇ ਸੁਨੇਹਾ ਦਿੱਤਾ ਤੇ ਉਹ ਦੋਨੇ ਸਿੱਖ ਦੌੜ ਪਏ ਜਿੱਧਰ ਮਹਾਰਾਜ ਬੈਠੇ ਸਨ, ਉਸ ਪਾਸੇ ਵੀ ਗੋਲੀ ਦੀ ਪਰਖ ਕਰਨ ਲੱਗੇ ਮਹਾਰਾਜ ਜੀ। ਜਿੱਥੇ ਮਹਾਰਾਜ ਖੜੇ ਸਨ ਦੋਵੇਂ ਹੀ ਭੱਜ ਕੇ ਪਹੁੰਚ ਗਏ। ਆਖਣ ਲੱਗੇ, ਜੀ ਮਹਾਰਾਜ ਮੇਰੇ ਸੀਨੇ ਦੇ ਉੱਪਰ ਗੋਲੀ ਚਲਾਓ। ਦੂਜਾ ਆਖਦਾ, ਮਹਾਰਾਜ ਮੇਰੇ ਤੇ ਚਲਾਓ। ਦੋਨੇ ਜਾਣੇ ਦਾਅਵਾ ਕਰਦੇ। ਇੱਕ ਆਖਦਾ, ਮਹਾਰਾਜ ਮੈਨੂੰ ਪਹਿਲਾਂ ਸੁਨੇਹਾ ਮਿਲਿਆ, ਪਹਿਲ ਮੇਰੀ ਹੈ। ਦੂਜਾ ਆਖਦਾ, ਮਹਾਰਾਜ ਮੈਂ ਪਹੁੰਚਿਆ ਪਹਿਲਾਂ ਹਾਂ, ਤੁਹਾਡੇ ਕੋਲ ਪਹਿਲ ਮੇਰੀ ਹੈ। ਕੋਈ ਆਖਦਾ, ਮੈਂ ਉਮਰਾਂ ਦੇ ਵਿੱਚ ਵੱਡਾ ਹਾਂ, ਪਹਿਲ ਮੇਰੀ ਹੈ। ਵਾਰ-ਵਾਰ ਦੋਨੇ ਜਾਣੇ ਇੱਕ ਦੂਜੇ ਤੋਂ ਭੱਜ ਕੇ ਅੱਗੇ ਆਉਂਦੇ। ਸਤਿਗੁਰਾਂ ਨੇ ਉਸ ਵੇਲੇ ਗੋਲੀ ਦੀ ਪਰਖ ਕਰਨ ਵਾਸਤੇ ਜਦੋਂ ਬੰਦੂਕ ਵਿੱਚੋਂ ਗੋਲੀ ਚਲਾਈ ਮਹਾਰਾਜ ਦੀਆਂ ਨੇ, ਤੇ ਜਾਣ ਬੁੱਝ ਕੇ ਇਹਨਾਂ ਦੇ ਸਿਰ ਦੇ ਉੱਪਰ ਦੀ ਕੱਢ ਦਿੱਤੀ, ਆਕਾਸ਼ ਵੱਲ ਨੂੰ ਚਲਾ ਦਿੱਤੀ। ਮਹਾਰਾਜ ਕਹਿਣ ਲੱਗੇ, ਭਾਈ ਡੱਲ ਸਿੰਘ ਸਾਡੇ ਕੋਲ ਇਹੋ ਜਿਹੇ ਸੂਰਮੇ ਸਨ ਉਸ ਵੇਲੇ ਜਦੋਂ ਸਾਡਾ ਪਹਾੜੀਆਂ ਨਾਲ ਜੰਗ ਹੋ ਰਿਹਾ ਸੀ, ਜਿਹੜੇ ਸਾਡੇ ਗੋਲੀ ਨੂੰ ਖਾਣ ਵਾਸਤੇ ਤਿਆਰ ਬੈਠੇ ਸਨ। ਐਸੇ ਸੂਰਮੇ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਦਿੱਤੀਆਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ, ਭਾਈ ਸਿੱਖੋ, ਤੁਸੀਂ ਦੋਨੇ ਜਾਣੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਜਾਨ ਦੇਣ ਵਾਸਤੇ ਕਿਵੇਂ ਤਿਆਰ ਹੋ? ਤੇ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ, ਮਹਾਰਾਜ ਇਹ ਸਰੀਰ ਵੀ ਤੇ ਤੁਹਾਡਾ ਹੀ ਹੈ ਨਾ, ਇਹ ਧਨ ਪਦਾਰਥ ਵੀ ਤੁਹਾਡੇ ਨੇ। ਜੇ ਤੁਹਾਡਾ ਸਰੀਰ ਦਿੱਤਾ ਹੋਇਆ ਤੁਹਾਡੇ ਕੰਮ ਆ ਜਾਵੇ ਤੇ ਫਿਰ ਹੋਰ ਕੀ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀਆਂ ਦਾ ਬਚਨ ਆਪਾਂ ਪੜ੍ਹਦੇ ਤੇ ਸੁਣਦੇ ਹਾਂ। ਮਹਾਰਾਜ ਸਾਹਿਬ ਜੀ ਫਰਮਾਉਂਦੇ, ਤਨ ਮਨ ਧਨ ਸਭ ਸੌਂਪ ਗੁਰ ਕੋ। ਜਦੋਂ ਇਹ ਸਮਝ ਲਿਆ ਵੀ ਹੈ ਹੀ ਗੁਰੂ ਦਾ, ਤੇ ਫਿਰ ਉਹ ਗੁਰੂ ਨੂੰ ਦੇਣ ਲੱਗਿਆ ਜਿਹੜੀ ਹੈ ਉਹ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੋਵੇਗੀ। ਕਿਸੇ ਤਰ੍ਹਾਂ ਦਾ ਮਨ ਵਿੱਚ ਇਹ ਭਰਮ ਨਹੀਂ ਆਵੇਗਾ ਵੀ ਮੈਂ ਕਿਉਂ ਦਿਆਂ। ਤੇਰਾ ਤੁਝ ਕੋ ਸੌਂਪ ਤੇ, ਜਦੋਂ ਤੂੰ ਦਿੱਤਾ ਹੀ ਮੈਨੂੰ ਹੈ ਤੇ ਵਸਤੂ ਅਸਲ ਵਿੱਚ ਤੇਰੀ ਹੈ, ਤੇ ਫਿਰ ਉਸ ਵਸਤੂ ਨੂੰ ਮੈਂ ਆਪਣੇ ਕੋਲ ਕਿਉਂ ਰੱਖਾਂਗਾ। ਉਹ ਵਸਤੂ ਜਿਹੜੀ ਤੁਸੀਂ ਮੈਨੂੰ ਦਿੱਤੀ ਉਹ ਮੈਂ ਤੁਹਾਨੂੰ ਝੱਟ ਦੇਣੇ ਉਸ ਨੂੰ ਦੇ ਦੇਵਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਕਾ ਤਨ, ਇਹ ਜਿਹੜਾ ਤਨ ਸਰੀਰ ਹੈ ਗੁਰਮੁਖੋ, ਇਹ ਵੀ ਜਿਸ ਪਰਮਾਤਮਾ ਨੇ ਦਿੱਤਾ ਹੈ। ਅਤੇ ਸਰੀਰ ਦੇ ਨਾਲ ਫਿਰ ਮਨ, ਜਿਹੜੇ ਮਨ ਦੇ ਵਿੱਚ ਫੁਰਨੇ ਬਣਦੇ, ਸੰਕਲਪ ਬਣਦੇ, ਵਿਚਾਰਾਂ ਬਣਦੀਆਂ। ਤੇ ਤੀਜਾ ਬਚਨ ਮਹਾਰਾਜ ਕਹਿਣ ਲੱਗੇ, ਧਨ ਵੀ ਉਸੇ ਪਰਮਾਤਮਾ ਨੇ ਦਿੱਤਾ ਹੋਇਆ ਹੈ। ਇਹ ਸਾਰੀਆਂ ਦਾਤਾਂ ਦੇਣ ਵਾਲੇ ਗੁਰੂ ਹਨ, ਪਰਮੇਸ਼ਰ ਹਨ, ਜਿਨ੍ਹਾਂ ਨੇ ਸਾਰਾ ਕੁਝ ਤੈਨੂੰ ਦਿੱਤਾ ਹੈ। ਸੋਈ ਸੁਗੜ ਸੁਜਾਨੀ। ਤੇ ਸੁਗੜ ਤੋਂ ਭਾਵ ਹੁੰਦਾ ਸ੍ਰੇਸ਼ਟ, ਘਾੜਤਾਂ ਘੜਨ ਵਾਲਾ। ਕੋਈ ਬੰਦਾ ਬਹੁਤਾ ਵੱਡਾ ਕਾਰੀਗਰ ਹੋਵੇ ਨਾ, ਤਾਂ ਆਪਾਂ ਆਖਦੇ ਵੀ ਇਹ ਬੜੀ ਸੋਹਣੀ ਚੀਜ਼ ਬਣਾਉਂਦਾ ਹੈ। ਮੰਨ ਲਓ ਘੁਮਿਆਰ ਘੜਾ ਬਣਾਉਂਦਾ, ਪਰ ਸਾਰਿਆਂ ਘੁਮਿਆਰਾਂ ਦੇ ਘੜੇ ਇੱਕੋ ਵਰਗੇ ਨਹੀਂ ਹੋਣਗੇ, ਕਿਸੇ ਦੇ ਬਹੁਤੇ ਹੀ ਸੋਹਣੇ ਹੋਣਗੇ। ਸੁਨਿਆਰਾ ਗਹਿਣੇ ਬਣਾਉਂਦਾ, ਸਾਰਿਆਂ ਦੇ ਗਹਿਣੇ ਇੱਕੋ ਵਰਗੇ ਨਹੀਂ, ਕਿਸੇ ਦੇ ਬਹੁਤੇ ਸੋਹਣੇ ਹੋਣਗੇ। ਕੋਈ ਮਿਸਤਰੀ ਘਰ ਬਣਾਉਂਦਾ, ਸਾਰਿਆਂ ਦੇ ਇੱਕੋ ਵਰਗੇ ਨਹੀਂ ਬਣਨਗੇ।
ਕਿਸੇ ਕੋਲ ਇਹੋ ਜਿਹੀ ਕਲਾ ਹੋਵੇਗੀ ਵੀ ਉਹਦਾ ਘਰ, ਉਹਦੀ ਬਣਾਈ ਹੋਈ ਚੀਜ਼ ਬੜੀ ਸੋਹਣੀ ਬਣੇਗੀ, ਲੋਕ ਉਹਦੇ ਮਗਰ ਦੌੜੇ ਫਿਰਨਗੇ ਵੀ ਤੂੰ ਸਾਡੇ ਘਰੇ ਆ ਕੇ ਕੰਮ ਕਰ। ਹੁਣ ਗੁਰਮੁਖੋ ਆਪਣੀ ਰਸੋਈ ਵਿੱਚ ਸਾਰਾ ਕੁਝ ਹੀ ਹੈ, ਮਸਾਲਾ ਵੀ ਹੈ, ਲੂਣ ਮਿਰਚ ਵੀ ਹੈ, ਸਬਜ਼ੀਆਂ ਵੀ ਪਈਆਂ, ਸਾਰਾ ਕੁਝ ਪਿਆ, ਪਰ ਨਿਰਭਰ ਕਰਦਾ ਵੀ ਸਬਜ਼ੀ ਬਣਾਉਣੀ ਕਿਹਨੇ ਹੈ। ਕੋਈ ਸਬਜ਼ੀ ਬਣਾਉਂਦਾ ਹੈ ਤੇ ਉਹ ਮੂੰਹ ਨਾਲੋਂ ਲਹੂ ਨੂੰ ਜੀ ਨਹੀਂ ਕਰਦਾ, ਇੰਨੀ ਸਵਾਦ ਬਣ ਜਾਂਦੀ ਹੈ, ਤੇ ਕੋਈ ਬਣਾਉਂਦਾ ਉਹਦੇ ਵੱਲ ਵੇਖਣ ਨੂੰ ਜੀ ਨਹੀਂ ਕਰਦਾ। ਇਸੇ ਤਰ੍ਹਾਂ ਉਹ ਪ੍ਰਮਾਤਮਾ ਹੈ। ਪ੍ਰਮਾਤਮਾ ਜਿਹਦੀ ਘਾੜਤ ਘੜਦਾ ਹੈ ਨਾ, ਉਹਦੇ ਵਰਗੀ ਘਾੜਤ ਕੋਈ ਦੂਜਾ ਘੜ ਹੀ ਨਹੀਂ ਸਕਦਾ, ਬਣਾ ਹੀ ਨਹੀਂ ਸਕਦਾ। ਐਸੀ ਸੋਹਣੀ ਉਹ ਘਾੜਤ ਘੜਦਾ ਹੈ, ਐਸਾ ਸੋਹਣਾ ਉਹ ਸੰਸਾਰ ਬਣਾਉਂਦਾ ਪਿਆ ਹੈ, ਜਿਸ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਵੀ ਇਸ ਤਰ੍ਹਾਂ ਦਾ ਵੀ ਕੁਝ ਉਹ ਕਰ ਸਕਦਾ ਹੈ। ਆਪਾਂ ਵੱਖ-ਵੱਖ ਪੰਛੀਆਂ ਦੇ, ਪਸ਼ੂਆਂ ਦੇ ਰੰਗ ਵੇਖਦੇ, ਐਸੀ ਉਹਨੇ ਘਾੜਤ ਘੜੀ ਹੈ। ਕਿਸੇ ਨੂੰ ਕਿਸ ਤਰ੍ਹਾਂ ਦਾ ਰੰਗ ਦਿੱਤਾ, ਕਿਸੇ ਨੂੰ ਕਿਸ ਤਰ੍ਹਾਂ ਦਾ ਰੰਗ ਦਿੱਤਾ। ਇਹੋ ਜਿਹੇ ਰੰਗ ਭਰੇ ਨੇ, ਜਿੰਨਾ ਚਿਰ ਸਰੀਰ ਰਹਿੰਦਾ ਉਹ ਰੰਗ ਉਸੇ ਤਰ੍ਹਾਂ ਹੂ ਬਹੂ ਉਹੋ ਜਿਹੇ ਰਹਿੰਦੇ, ਕਦੇ ਫਿੱਕੇ ਨਹੀਂ ਹੁੰਦੇ, ਕਦੇ ਖਰਾਬ ਨਹੀਂ ਹੁੰਦੇ। ਮਹਾਰਾਜ ਕਹਿਣ ਲੱਗੇ ਸੋਈ ਸੁਗੜ, ਉਹ ਪਰਮਾਤਮਾ ਬੜਾ ਹੀ ਭਾਈ ਸੁੰਦਰ ਘਾੜਤਾਂ ਨੂੰ ਘੜਨ ਵਾਲਾ ਹੈ। ਇਹੋ ਜਿਹੀ ਸੋਹਣੀ ਦੁਨੀਆ ਬਣਾਉਂਦਾ, ਜੀ ਕਰਦਾ ਦੁਨੀਆ ਵੇਖੀ ਜਾਈਏ। ਤੇ ਸੁਜਾਨੀ ਤੋਂ ਭਾਵ ਬੜਾ ਚਤੁਰ ਹੈ ਭਾਈ, ਉਹ ਬੜਾ ਚਲਾਕ ਵੀ ਹੈ। ਦੁਨੀਆ ਵੀ ਐਸੇ ਤਰੀਕੇ ਨਾਲ ਬਣਾਉਂਦਾ ਹੈ, ਫਿਰ ਚਲਾਕੀ ਨਾਲ ਦੁਨੀਆ ਦੇ ਵਿੱਚ ਵੀ ਬੈਠਾ ਹੋਇਆ ਤੇ ਦੁਨੀਆ ਤੋਂ ਬਾਹਰ ਵੀ ਬੈਠਾ ਹੋਇਆ। ਦੁਨੀਆ ਦੇ ਮਰ ਜਾਣ ਦੇ ਨਾਲ ਉਹ ਨਹੀਂ ਮਰੇਗਾ, ਪਰ ਦੁਨੀਆ ਵਿੱਚ ਬੈਠਾ ਜ਼ਰੂਰ ਹੋਇਆ ਹੈ। ਐਸਾ ਉਹ ਚਤੁਰ ਹੈ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ। ਤਿਨਹੀਂ ਸੁਣਿਆ ਦੁੱਖ ਸੁੱਖ ਮੇਰਾ, ਇਹ ਮੇਰਾ ਦੁੱਖ ਤੇ ਮੇਰਾ ਸੁੱਖ ਐਸੇ ਗੁਰੂ ਨੇ ਸੁਣਿਆ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਦੁੱਖ ਤਿਸੈ ਪੈ ਆਖੀਐ, ਸੁਖ ਜਿਸੈ ਹੀ ਪਾਸ। ਦੁੱਖ ਵੀ ਉਹਦੇ ਕੋਲ ਕਹਿਣਾ ਚਾਹੀਦਾ ਜਿਹਦੇ ਕੋਲੋਂ ਸੁੱਖ ਮਿਲ ਜਾਵੇ। ਤੇ ਸਾਨੂੰ ਕੋਈ ਰੋਗ ਲੱਗਾ ਹੋਵੇ ਤੇ ਅਸੀਂ ਡਾਕਟਰ ਨੂੰ ਜਾ ਕੇ ਦੱਸੀਦਾ, ਕਿਉਂ? ਸਾਨੂੰ ਪਤਾ ਵੀ ਇਹਨੇ ਇਲਾਜ ਕਰ ਦੇਣਾ, ਸੁੱਖ ਦੇ ਦੇਵੇਗਾ। ਤੇ ਗੁਰੂ ਵੀ ਤੇ ਐਸਾ ਹੀ ਨਾ, ਗੁਰੂ ਕੋਲ ਜਾ ਕੇ ਬੇਨਤੀ ਕਰ, ਤਿਨਹੀਂ ਸੁਣਿਆ, ਐਸੇ ਗੁਰੂ ਨੇ ਮੇਰਾ ਦੁੱਖ ਸੁਣਿਆ ਤੇ ਦੁੱਖ ਸੁਣ ਕੇ ਫਿਰ ਸੁੱਖ ਦੇ ਦਿੱਤਾ, ਕਿਉਂਕਿ ਗੁਰੂ ਦੇ ਕੋਲ ਸੁੱਖਾਂ ਦਾ ਭੰਡਾਰਾ ਹੈ। ਐਸੀ ਮਹਾਰਾਜ ਬਰਕਤ ਬਖਸ਼ਿਸ਼ ਕਰਦੇ ਹਨ। ਤੋ ਬਿਦ ਨਿੱਕੀ ਖਟਾਨੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜੀ ਵਿਧੀ ਹੈ ਨਾ ਬੜੀ ਚੰਗੀ ਹੈ। ਖਟਾਨੀ, ਇਹ ਜਿਹੜੀ ਕਮਾਈ ਕੀਤੀ ਹੈ ਨਾ ਪਰਮਾਤਮਾ ਦੀ ਪ੍ਰਾਪਤੀ ਦੀ, ਸਭ ਤੋਂ ਚੰਗੀ ਵਿਧੀ ਇਹੋ ਹੀ ਹੈ। ਇਹਦੇ ਤੋਂ ਬਿਨਾਂ ਹੋਰ ਕੋਈ ਚੰਗੀ ਵਿਧੀ ਹੈ ਹੀ ਨਹੀਂ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ। ਤੋ ਬਿਦ, ਇਹ ਜਿਹੜੀ ਬਿਦ ਤਰੀਕਾ ਹੈ ਨਾ, ਨੀਕਾ ਕਹੀਏ ਚੰਗਾ ਹੈ, ਜੋ ਪਰਮਾਤਮਾ ਦੀ ਪ੍ਰਾਪਤੀ ਵਾਲਾ ਕੀਤਾ ਹੈ। ਜੀ ਕੀ ਇੱਕ ਹੀ ਪੈਮਾਨੀ, ਸਤਿਗੁਰੂ ਬਖਸ਼ਿਸ਼ ਕਰਦੇ, ਐ ਜੀਵ ਇੱਕ ਹੀ ਪਹਿਮਾਨੀ, ਤੇਰੀ ਫਰਿਆਦ ਇੱਕ ਦੇ ਕੋਲੋਂ ਹੀ ਮੰਨੀ ਜਾਣੀ ਹੈ, ਜਿਸ ਨੇ ਦੁਨੀਆ ਬਣਾਈ ਹੈ। ਫਰਿਆਦਾਂ ਤੇ ਤੂੰ ਥਾਵਾਂ ਥਾਵਾਂ ਤੇ ਜਾ ਕੇ ਕਰਦਾ ਹੈ, ਪਰ ਮੰਨੀ ਅਸਲ ਵਿੱਚ ਇੱਕ ਕੋਲ ਹੀ ਜਾਣੀ ਹੈ। ਇਸ ਕਰਕੇ ਇੱਕ ਦਾ ਬਣ ਜਾਣਾ ਕਰ। ਐ ਜੀਵ ਤੇਰੀ ਫਰਿਆਦ ਨੂੰ ਇੱਕ ਨੇ ਹੀ ਮੰਨਣਾ ਹੈ, ਤੇ ਉਹੀ ਇੱਕ ਹੈ ਜਿਹੜਾ ਸਾਰੇ ਥਾਵਾਂ ਤੇ ਸਮਾਇਆ ਹੋਇਆ, ਸਾਰਿਆਂ ਥਾਵਾਂ ਤੇ ਮਿਲਿਆ ਹੋਇਆ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਉਹ ਹੈ ਹੀ ਇੱਕ। ਇਸ ਕਰਕੇ ਤੇਰੀ ਫਰਿਆਦ ਉਹਦੇ ਕੋਲ ਜਾ ਕੇ ਪਹੁੰਚਣੀ ਹੈ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਹੋਰ ਬੜੇ ਯਤਨ ਕੀਤੇ ਨੇ, ਬੜੇ ਤਰੀਕੇ ਕੀਤੇ, ਪਰ ਸਾਰੇ ਕੀਤੇ ਹੋਏ ਯਤਨ, ਸਾਰੇ ਅਪਣਾਏ ਹੋਏ ਜਿਹੜੇ ਤਰੀਕੇ ਨੇ, ਪਰਮਾਤਮਾ ਦੀ ਪ੍ਰਾਪਤੀ ਦੇ ਤੁਲ ਨਹੀਂ ਪਹੁੰਚਦੇ ਹਨ। ਤਿੰਨ ਤਿਲ ਨਹੀਂ ਕੀਮਤ ਜਾਣੀ, ਉਹਨਾਂ ਦੀ ਕੀਮਤ ਬਹੁਤੀ ਨਹੀਂ ਪੈਂਦੀ ਹੈ। ਹੋਰ ਜਿਹੜੇ ਯਤਨ ਕਰਨੇ ਨਾ ਗੁਰਮੁਖੋ, ਇਹ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਇਹਦੇ ਵਿੱਚ ਲੋਕ ਕਰਦੇ ਨੇ ਜਪ ਤਪ ਪੁੰਨ ਦਾਨ ਇਤਿਆਦਿਕ ਯਾਤਰਾਵਾਂ ਕਰਨੀਆਂ ਜਾ ਕੇ, ਪਰ ਕਲਯੁਗ ਦੇ ਵਿੱਚ ਇਹਨਾਂ ਦਾ ਫਲ ਬੜਾ ਥੋੜ੍ਹਾ ਜਿਹਾ ਹੈ, ਥੋੜ੍ਹਾ ਫਲ ਮਿਲਦਾ। ਇਹਨਾਂ ਕਰਨਾ ਮਿਹਨਤ ਜ਼ਿਆਦਾ ਲੱਗਦੀ ਹੈ ਔਰ ਫਲ ਬੜਾ ਥੋੜ੍ਹਾ ਹੈ। ਉਹ ਵੀ ਜਿਹੜਾ ਥੋੜ੍ਹਾ ਫਲ ਹੈ ਨਾ, ਤਿੰਨ ਜਮ ਜਾ ਗਾਤੀ ਲੂਟੈ। ਜਾਗਾਤੀ ਕਿਹਾ ਜਾਂਦਾ ਗੁਰਮੁਖੋ ਜਿਹੜਾ ਟੈਕਸ ਲਾਉਂਦਾ ਹੈ, ਜਿਹੜਾ ਵਸੂਲ ਲੈਂਦਾ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਜਪ ਕਰਦਾ ਪਿਆ, ਤਪ ਕਰਦਾ ਪਿਆ, ਪੁੰਨ ਦਾਨ ਕਰਦਾ ਪਿਆ, ਇਹ ਤੇਰੇ ਰਸਤੇ ਵਿੱਚ ਜਮਾ ਨੇ ਵਸੂਲ ਹੀ ਤੇਰੇ ਕੋਲੋਂ ਲੈ ਲੈਣਾ। ਜਦੋਂ ਤੈਨੂੰ ਫੜ ਕੇ ਚਲਾਇਆ ਜਾਵੇਗਾ ਨਾ ਪ੍ਰਲੋਕ ਦੇ ਰਾਹ ਦੇ ਉੱਪਰ ਗੁਰਮੁਖਾ, ਤੇ ਤੈਨੂੰ ਰਸਤੇ ਵਿੱਚ ਭੁੱਖ ਲੱਗੇਗੀ, ਪਿਆਸ ਲੱਗੇਗੀ, ਦੁੱਖ ਲੱਗੇਗਾ,
ਤੇ ਜਦੋਂ ਤੂੰ ਉਸ ਭੁੱਖ ਤੋਂ ਪਿਆਸ ਤੋਂ ਤੜਫੇਂਗਾ, ਦੁਖੀ ਹੋਵੇਂਗਾ, ਤੇ ਉਸ ਵੇਲੇ ਜਿਹੜੇ ਜਾਮ ਨੇ ਨਾ ਉਹਨਾਂ ਨੇ ਫਿਰ ਤੇਰੇ ਅੱਗੇ ਇੱਕ ਸ਼ਰਤ ਰੱਖ ਦੇਣੀ ਹੈ, ਤੇਰੀ ਅਸੀਂ ਮਦਦ ਜ਼ਰੂਰ ਕਰਾਂਗੇ, ਪਰ ਐਸ ਫਲਾਣੇ ਟਾਈਮ ਤੇ ਤੂੰ ਫਲਾਣਾ ਜਪ ਕੀਤਾ ਸੀ ਉਹਦਾ ਇੰਨਾ ਫਲ ਮੈਨੂੰ ਦੇ ਦੇ। ਜਿਵੇਂ ਕੋਈ ਸਿਪਾਹੀ ਪਕੜ ਕੇ ਲੈ ਜਾਂਦਾ ਨਾ ਕਿਸੇ ਨੂੰ, ਤੇ ਉਹ ਰਸਤੇ ਵਿੱਚ ਆਖਦਾ ਵੀ ਜਿੰਨੀ ਮਾਇਆ ਕੋਲ ਹੈ ਸਾਰੀ ਮੈਨੂੰ ਦੇ ਦੇ ਤੇ ਤੇਰਾ ਥੋੜ੍ਹਾ ਬਹੁਤਾ ਛੁਟਕਾਰਾ ਕਰਵਾ ਦਿਆਂ। ਇਹ ਬਚਨ ਕੋਈ ਅਤ ਕਥਨੀ ਨਹੀਂ ਹੈ, ਕੋਈ ਇਹ ਨਾ ਸੋਚੇ ਵੀ ਇਹ ਕੋਲੋਂ ਘੜਿਆ ਗਿਆ। ਮਹਾਰਾਜ ਦਾ ਬਚਨ ਹੈ ਕਿ ਤਿੰਨ ਜਮ ਜਾਗਾਤੀ ਲੂਟੈ। ਜਮ ਜਿਹੜਾ ਹੈ ਉਹ ਜਾਗਾਤੀ ਕਹੀਏ ਵਸੂਲੀਆ ਬਣ ਜਾਂਦਾ, ਰਾਹ ਵਿੱਚ ਵਸੂਲ ਕਰਨ ਵਾਲਾ, ਵੀ ਲਿਆ ਭਾਈ ਫਲਾਣਾ ਜਪ ਕੀਤਾ ਸੀ ਉਹਦਾ ਫਲ ਮੈਨੂੰ ਦੇ, ਮੈਂ ਤੇਰੀ ਥੋੜ੍ਹੀ ਬਹੁਤੀ ਇੱਥੇ ਮਦਦ ਕਰਦਾ। ਇਹ ਤੂੰ ਤਪ ਕੀਤਾ ਸੀ ਇਹਦਾ ਫਲ ਮੈਨੂੰ ਦੇ ਦੇ, ਮੈਂ ਤੇਰੀ ਕੁਝ ਮਦਦ ਕਰ ਦਿਆਂਗਾ। ਕਹਿਣ ਲੱਗੇ ਗੁਰਮੁਖਾ ਇਹ ਤੇਰੇ ਜਪ, ਇਹ ਤੇਰੇ ਤਪ, ਇਹ ਜਿਹੜੇ ਕੀਤੇ ਹੋਏ ਪੁੰਨ ਦਾਨ ਨੇ, ਇਹ ਤੇਰੇ ਰਸਤੇ ਵਿੱਚ ਹੀ ਖੋਏ ਜਾਣੇ। ਜਿੱਥੇ ਤੂੰ ਜਾ ਕੇ ਪਹੁੰਚਣਾ ਉੱਥੋਂ ਤੱਕ ਤੇ ਪਹੁੰਚਣੇ ਹੀ ਨਹੀਂ। ਪਰ ਨਾਮ ਇੱਕ ਇਹੋ ਜਿਹੀ ਗੁਰਮੁਖੋ ਦਾਤ ਹੈ, ਨਾਮ ਵੇਖਣ ਨੂੰ ਤੇ ਬੜਾ ਛੋਟਾ ਲੱਗਦਾ ਹੈ, ਪਰ ਨਾਮ ਨੂੰ ਨਾ ਕੋਈ ਰਸਤੇ ਵਿੱਚ ਖੋ ਸਕਦਾ ਹੈ ਅਤੇ ਨਾ ਹੀ ਨਾਮ ਦਾ ਕੋਈ ਫਲ ਦੇ ਸਕਦਾ ਹੈ। ਜਗਾਤੀਆ ਵੀ ਤਾਂ ਤੇ ਖੋਏਗਾ ਨਾ ਜੇ ਉਹਨੂੰ ਕੋਈ ਫਲ ਦੇਣ ਦੀ ਉਹਦੇ ਕੋਲ ਤਾਕਤ ਹੋਵੇਗੀ। ਨਾਮ ਦਾ ਫਲ ਨਹੀਂ ਕੋਈ ਦੇ ਸਕਦਾ, ਨਾਮ ਹੈ ਹੀ ਬੜਾ ਵੱਡਾ ਹੈ। ਭਾਈ ਗੁਰਦਾਸ ਜੀ ਬਚਨ ਕਰਨ ਲੱਗੇ, ਕਹਿਣ ਲੱਗੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ। ਨਾਮ ਵੇਖਣ ਨੂੰ ਤੇ ਇਕੱਲਾ ਇੰਨਾ ਹੀ ਹੈ ਵਾਹਿਗੁਰੂ ਸ਼ਬਦ, ਤੇ ਇੰਨਾ ਕੋਈ ਹੈ ਨਾ। ਆਪਾਂ ਸੋਚਾਂਗੇ ਵੀ ਨਿੱਕਾ ਜਿਹਾ ਸ਼ਬਦ ਹੈ ਤੇ ਨਿੱਕੇ ਸ਼ਬਦ ਦਾ ਫਲ ਕਿਉਂ ਵੱਡਾ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰਮੁਖਾ ਹੀਰਾ ਰੱਖ ਲਾ ਹੱਥ ਦੇ ਉੱਪਰ, ਤੇ ਹੀਰਾ ਹੁੰਦਾ ਬਿਲਕੁਲ ਨਿੱਕਾ ਜਿਹਾ। ਹੀਰਾ ਕੋਈ ਬਹੁਤਾ 5-7 ਕੁਆਂਟਲ ਦਾ ਨਹੀਂ ਹੁੰਦਾ, ਨਿੱਕਾ ਜਿਹਾ ਹੀਰਾ ਹੈ। ਪਰ ਜਦੋਂ ਜੌਹਰੀ ਕੋਲ ਜਾ ਕੇ ਲੈ ਕੇ ਜਾਵੇਂਗਾ ਨਾ ਤੇ ਜੌਹਰੀ ਉਸ ਹੀਰੇ ਨੂੰ ਪਰਖੇਗਾ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਹੱਥ ਤੇ ਰੱਖਿਆ ਤੇ ਉਹ ਹੀਰਾ ਨਿੱਕਾ ਜਿਹਾ ਲੱਗਿਆ ਹੈ, ਪਰ ਮਹਾਰਾਜ ਕਹਿਣ ਲੱਗੇ ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਜੇ ਉਹਦਾ ਕਿਤੇ ਮੁੱਲ ਪਵਾਇਆ ਜਾਵੇ ਨਾ ਗੁਰਮੁਖੋ ਹੀਰੇ ਦਾ, ਤੇ ਹੋ ਸਕਦਾ ਤੇਰਾ ਸਾਰਾ ਘਰ ਹੀ ਮਾਇਆ ਨਾਲ ਹੀ ਭਰ ਜਾਵੇ। ਹੈ ਤੇ ਨਿੱਕਾ ਜਿਹਾ ਵੇਖਣ, ਪਰ ਉਹਦੀ ਕੀਮਤ ਬੜੀ ਭਾਰੀ ਹੈ। ਸਾਰਿਆਂ ਜੌਹਰੀਆਂ ਕੋਲ ਤੇ ਉਹਦੀ ਕੀਮਤ ਹੋ ਵੀ ਨਹੀਂ ਸਕਦੀ। ਜਿਸ ਤਰ੍ਹਾਂ ਕੋਹ ਨੂਰ ਦਾ ਹੀਰਾ ਹੈ, ਬੜੀ ਬੜੀ ਵੱਡੀ ਕੀਮਤ ਹੈ ਤੇ ਛੋਟਾ ਜਿਹਾ ਵੇਖਣ ਨੂੰ ਲੱਗਦਾ। ਆਪਾਂ ਪਿੱਛੇ ਇੱਕ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ ਵੀ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਆਪਣਾ ਜੌਹਰੀ ਭੇਜਿਆ ਸੀਗਾ ਹੈਦਰਾਬਾਦ ਦੇ ਨਵਾਬ ਦੇ ਕੋਲ, ਕਿਉਂਕਿ ਉਹਨੇ ਸੁਣਿਆ ਸੀ ਵੀ ਉਹਦੀ ਮੁੰਦਰੀ ਦੇ ਵਿੱਚ ਇੱਕ ਹੀਰਾ ਹੈ। ਸਾਖੀ ਬੜੀ ਲੰਮੀ ਹੈ। ਜੌਹਰੀ ਨੂੰ ਤਾਂ ਭੇਜਿਆ ਵੀ ਤੂੰ ਕੇਵਲ ਪਰਖ ਕਰਨੀ ਹੈ ਵੀ ਉਹਦੀ ਕੀਮਤ ਕਿੰਨੀ ਹੋਵੇ। ਤੇ ਰਾਜਾ ਵੀ ਗੁਰਮੁਖੋ ਬੜਾ ਚਲਾਕ ਸੀ, ਜਿਹਨੇ ਮੁੰਦਰੀ ਦੇ ਵਿੱਚ ਪਾਇਆ ਸੀ ਉਹ ਆਪਣੇ ਨੇੜੇ ਨਹੀਂ ਸੀ ਕਿਸੇ ਨੂੰ ਖੜਨ ਦਿੰਦਾ। ਕੋਈ ਵੀ ਬੰਦਾ ਮਿਲਣ ਜਾਏ ਉਹਨੂੰ 50 ਕਦਮਾਂ ਦੂਰ ਖੜਨਾ ਪੈਂਦਾ ਸੀ। 50 ਕਦਮਾਂ ਤੋਂ ਦੂਰੋਂ ਗੱਲ ਕਰੋ, ਨੇੜੇ ਨਹੀਂ ਜਾਣਾ ਕਿਸੇ। ਤੇ ਜੌਹਰੀ ਗਿਆ ਤੇ ਜਦੋਂ ਇਹਨੇ ਰਾਜੇ ਨਾਲ ਗੱਲ ਕੀਤੀ 50 ਕਦਮ ਦੂਰ ਖੜ ਕੇ, ਤੇ ਉਹ ਹੀਰੇ ਦੀ ਰੌਸ਼ਨੀ ਪਈ ਨਾ ਜਦੋਂ ਚਮਕਿਆ ਹੀਰਾ, ਤੇ ਉਹਨੇ ਜੌਹਰੀ ਨੇ ਮੁੱਲ ਦਾ ਪਤਾ ਲਾ ਲਿਆ ਵੀ ਇੰਨੇ ਮੁੱਲ ਦਾ ਹੈ। ਔਰੰਗਜ਼ੇਬ ਦੇ ਕੋਲ ਆਇਆ। ਔਰੰਗਜ਼ੇਬ ਨੇ ਕਿਹਾ 10 ਕਿੰਨੇ ਦਾ ਹੀਰਾ, ਮੈਂ ਕਿਵੇਂ ਖਰੀਦ ਸਕਦਾ। ਜੌਹਰੀ ਨੇ ਆਖਿਆ ਜਿੰਨੀ ਮਾਇਆ ਤੇਰੇ ਖਜ਼ਾਨੇ ਵਿੱਚ ਪਈ ਹੈ ਨਾ, ਇੰਨੀ ਮਾਇਆ ਦੇ 2 ਹਿੱਸੇ ਹੋਰ ਇਕੱਠੇ ਕਰ ਲਾ। ਜਿੰਨੀ ਮਾਇਆ ਤੇਰੇ ਹਿੰਦੁਸਤਾਨ ਦਾ ਤੂੰ ਰਾਜਾ ਹੈ, ਬਾਦਸ਼ਾਹ ਹੈ, ਕਰੋੜਾਂ ਰੁਪਈਆ ਤੇਰੇ ਖਜ਼ਾਨਿਆਂ ਵਿੱਚ ਪਿਆ ਹੈ, ਚਾਂਦੀ ਪਈ ਹੋਈ ਹੈ, ਹੀਰੇ ਮੋਤੀ ਸੋਨਾ ਪਿਆ ਹੋਇਆ, ਇਹ ਤੇ ਮੰਨ ਲਾ ਵੀ ਇੱਕ ਹਿੱਸਾ ਹੈ, ਇਹਦੇ ਵਰਗੇ 2 ਹਿੱਸੇ ਹੋਰ ਇਕੱਠੇ ਕਰ ਤੇ ਫਿਰ ਉਹ ਹੀਰਾ ਖਰੀਦਿਆ ਜਾ ਸਕਦਾ। ਔਰੰਗਜ਼ੇਬ ਨੇ ਵੇਖਿਆ, ਔਰੰਗਜ਼ੇਬ ਬਾਦਸ਼ਾਹ ਨੇ ਵੇਖਿਆ ਵੀ ਮੇਰੀ ਇੰਨੀ ਪਹੁੰਚ ਨਹੀਂ ਹੋ ਸਕਦੀ, ਇੰਨਾ ਧਨ ਕਿਵੇਂ ਇਕੱਠਾ ਕਰਾਂਗਾ। ਇਹਨੇ ਫਿਰ ਧੋਖੇ ਦੇ ਨਾਲ ਉਸ ਹੈਦਰਾਬਾਦੀਏ ਨਵਾਬ ਨੂੰ ਮਰਵਾਇਆ, ਮਾਰਿਆ। ਉਹਦੇ ਕੋਲੋਂ ਹੀਰਾ ਜਿਹੜਾ ਸੀ ਉਹ ਖੋਹਣਾ ਕੀਤਾ। ਇੱਕ ਨਿੱਕੀ ਜਿਹੀ ਉਦਾਹਰਣ ਹੈ। ਹੀਰਾ ਵੇਖਣ ਨੂੰ ਤੇ ਗੁਰਮੁਖੋਂ ਨਿੱਕਾ ਜਿਹਾ ਲੱਗਦਾ, ਪਰ ਕੀਮਤ ਜਦੋਂ ਪਵਾਈਏ ਨਾ ਤੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਵਰਗਿਆਂ ਦੇ ਕੋਲੋਂ ਵੀ ਉਹਦੀ ਕੀਮਤ ਦਿੱਤੀ ਨਹੀਂ ਜਾ ਸਕੀ। ਧੋਖੇ ਨਾਲ ਜਾਂ ਧੱਕੇ ਨਾਲ ਖੋਹ ਲਿਆ ਤੇ ਉਹ ਗੱਲ ਵੱਖਰੀ ਹੈ, ਪਰ ਕਹਿਣ ਲੱਗੇ ਹੀਰਾ ਵੇਖਣ ਨੂੰ ਤੇ ਨਿੱਕਾ ਜਿਹਾ ਲੱਗਦਾ ਹੈ,
पर जदों कीमत पाईए ना तो घर भर जाते हैं, भंडारे भर जाते। ये दूजी उदाहरण कहन लगे, जैसे बार बांधे हुंडी लगत ना भार कश। पहले समय ਦੇ ਵਿੱਚ ਜਦੋਂ ਮਾਇਆ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣੀ ਤਾਂ ਉਹਦੀ ਹੁੰਡੀ ਕਰਵਾਈ ਜਾਂਦੀ ਸੀ। ਜਿਵੇਂ ਅੱਜ ਆਪਾਂ ਕਹਿ ਦਈਏ ਵੀ ਕਿਸੇ ਨੂੰ ਪੈਸਾ ਦੇਣਾ ਤਾਂ ਆਪਾਂ ਚੈੱਕ ਭਰ ਦਿੰਦੇ ਹਾਂ, ਡੀਡੀ ਕਰਵਾ ਦਿੰਦੇ ਹਾਂ। ਹੁੰਦਾ ਤੇ ਉਹ ਛੋਟਾ ਜਿਹਾ ਇੱਕ ਕਾਗਜ਼ ਹੀ ਹੈ, ਜੇਬ 'ਚ ਪਾ ਕੇ ਲੈ ਗਏ। ਪਰ ਜਿਹਦੇ ਨਾਂ ਤੇ ਉਹ ਬਣਿਆ, ਜਦੋਂ ਉਹ ਵਿਅਕਤੀ ਜਾ ਕੇ ਉਸ ਨੂੰ ਬੈਂਕ ਦੇ ਵਿੱਚ ਦਿੰਦਾ ਹੈ ਤੇ ਕਹਿਣ ਲੱਗੇ ਉਹਦੇ ਬੈਗ ਵੀ ਭਰ ਜਾਂਦੇ, ਉਹਦਾ ਅਕਾਊਂਟ ਵੀ ਭਰ ਜਾਂਦਾ। ਜਿੰਨੇ ਦੀ ਮਰਜ਼ੀ ਬਣਾ ਲਓ, ਹੈ ਤੇ ਨਿੱਕਾ ਜਿਹਾ ਕਾਗਜ਼ ਦਾ ਟੁਕੜਾ, ਪਰ ਜਦੋਂ ਜਾ ਕੇ ਚੱਲਿਆ ਉਹਨੇ ਘਰ ਭਰ ਦਿੱਤਾ। ਇਹ ਦੂਜੀ ਉਦਾਹਰਨ ਹੈ। ਕਹਿਣ ਲੱਗੇ ਆਗੇ ਜਾਏ ਪਈਅਤ ਲక్ష్ਮੀ ਅਪਾਰ ਜੀ। ਜਦੋਂ ਉਸ ਕਾਗਜ਼ ਨੂੰ ਚਲਾਇਆ ਜਾਂਦਾ ਬੇਅੰਤ ਲక్ష్ਮੀ ਜਿਹੜੀ ਉਹ ਪ੍ਰਾਪਤ ਹੋ ਜਾਂਦੀ। ਇਹ ਦੋ ਉਦਾਹਰਨਾਂ ਦਿੱਤੀਆਂ। ਤੀਜਾ ਬਚਨ ਕਹਿਣ ਲੱਗੇ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ। ਤੁਸੀਂ ਬੋਹੜ ਦਾ ਰੁੱਖ ਵੇਖਿਆ ਨਾ, ਬੋਹੜ ਦਾ ਰੁੱਖ ਬੜਾ ਹੀ ਵੱਡਾ ਹੈ, ਬੜਾ ਫੈਲਿਆ ਹੋਇਆ, ਇੱਧਰ ਉੱਧਰ ਲੰਮੀਆਂ ਲੰਮੀਆਂ ਟਾਹਣੀਆਂ। ਇਹ ਸਭ ਤੋਂ ਵੱਡਾ ਮੰਨਿਆ ਜਾਂਦਾ ਬੋਹੜ ਦੇ ਰੁੱਖ ਨੂੰ। ਪਰ ਬੋਹੜ ਦਾ ਰੁੱਖ ਨਿਕਲਿਆ ਕਿੱਥੋਂ? ਬੋਹੜ ਦੀਆਂ ਗੋਲਾਂ ਦੇ ਵਿੱਚ। ਜਦੋਂ ਆਪਾਂ ਬੋਹੜ ਦੀਆਂ ਗੋਲਾਂ ਨੂੰ ਪਾੜਦੇ ਹਾਂ ਨਾ, ਹੱਥ ਦੇ ਨਾਲ ਚੀਰਦੇ ਹਾਂ, ਦੇ ਵਿੱਚ ਨਿੱਕੇ ਨਿੱਕੇ ਬਰੀਕ ਬਰੀਕ ਦਾਣੇ ਨੇ। ਕਹਿਣ ਲੱਗੇ ਉਹ ਜਿੰਨੇ ਵੀ ਦਾਣੇ ਨੇ, ਮੰਨ ਲਓ ਵੀ ਉਹਨੇ ਬੋਹੜ ਦੇ ਰੁੱਖ ਹੀ ਨੇ, ਉਹਦੇ ਵਿੱਚੋਂ ਇੱਕ ਦਾਣਾ ਕੱਢ ਕੇ ਬਾਹਰ ਮਿੱਟੀ ਦੇ ਵਿੱਚ ਬੀਜ ਦਿਓ, ਉਹਦੇ ਤੋਂ ਬੋਹੜ ਬਣ ਜਾਵੇਗਾ। ਤੇ ਉਸ ਗੋਲਾਂ ਦੇ ਵਿੱਚ ਕਿੰਨੇ ਦਾਣੇ ਨੇ ਪਤਾ ਹੀ ਕੋਈ ਨਹੀਂ। ਹੁਣ ਗੁਰਮੁਖੋ ਬੋਹੜ ਦੀਆਂ ਗੋਲਾਂ ਲੱਗਦੀਆਂ ਤੇ ਵੇਖਣ ਨੂੰ ਨਿੱਕੀਆਂ ਨਿੱਕੀਆਂ, ਬਿਲਕੁਲ ਬਾਂਟੇ ਜਿੰਨੀਆਂ, ਪਰ ਅਸਲ ਦੇ ਵਿੱਚ ਇਹ ਗੋਲ ਦੇ ਵਿੱਚ ਹੀ ਬੋਹੜ ਛੁਪਿਆ ਹੋਇਆ। ਜਦੋਂ ਉਸ ਗੋਲ ਨੂੰ ਧਰਤੀ ਵਿੱਚ ਦੱਬੇਗਾ, ਉਹਦੇ ਤੋਂ ਫਿਰ ਬੋਹੜ ਦਾ ਰੁੱਖ ਪੈਦਾ ਹੋਵੇਗਾ ਤੇ ਇੰਨਾ ਵੱਡਾ ਬਣ ਜਾਏਗਾ ਕਿ ਧਰਤੀ ਦਾ ਕਿੰਨਾ ਹਿੱਸਾ ਜਿਹੜਾ ਉਸਨੇ ਆਪਣੇ ਵਿੱਚ ਢੱਕ ਲੈਣਾ ਹੈ, ਆਪਣੇ ਵਿੱਚ ਹੀ ਉਸਨੇ ਰੱਖ ਲੈਣਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ। ਬੋਹੜ ਦੇ ਰੁੱਖ ਦਾ ਬੀ ਹੁੰਦਾ ਤੇ ਬੜਾ ਨਿੱਕਾ ਜਿਹਾ ਵੇਖਣ ਨੂੰ ਲੱਗਦਾ, ਨਿੱਕੀਆਂ ਨਿੱਕੀਆਂ ਗੋਲਾਂ ਨੇ। ਪਰ ਕਹਿਣ ਲੱਗੇ ਬੋਏ ਸਹਿਬ ਬਿੱਧ ਕਰੈ ਬਿਰਖਾ ਵਿਸਥਾਰ ਜੀ। ਜਦੋਂ ਉਸ ਬੀਜ ਨੂੰ ਬੀਜਿਆ ਜਾਂਦਾ ਉਹ ਇੰਨਾ ਵੱਡਾ ਬਣ ਜਾਂਦਾ, ਪਤਾ ਨਹੀਂ ਸੈਂਕੜੇ ਪੱਤੇ ਹੋ ਗਏ, ਸੈਂਕੜੇ ਟਾਹਣੀਆਂ ਹੋ ਗਈਆਂ, ਪਤਾ ਨਹੀਂ ਅੱਗੇ ਕਿੰਨੀਆਂ ਕੁ ਗੋਲਾਂ ਲੱਗਣਗੀਆਂ, ਕਿੰਨੀਆਂ ਕੁ ਉਹਦੀਆਂ ਅੱਗੇ ਟਾਹਣੀਆਂ ਤੇ ਟਾਹਣ ਬਣ ਜਾਣਗੇ। ਗਿਣਤੀ ਮਿਣਤੀ ਕੋਈ ਨਹੀਂ ਹੈ, ਪਰ ਚੱਲਿਆ ਇੱਕ ਨਿੱਕੀ ਜਿਹੀ ਗੋਲ ਤੋਂ ਹੀ ਹੈ, ਨਿੱਕੇ ਜਿਹੇ ਬੀਜ ਤੋਂ ਹੀ ਹੈ। ਇਸੇ ਤਰ੍ਹਾਂ ਕਹਿਣ ਲੱਗੇ, ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ। ਗੁਰੂ ਕਿਆ ਸਿੱਖਾ, ਗੁਰੂ ਦਾ ਬਚਨ ਵੀ ਇਸੇ ਤਰ੍ਹਾਂ ਦਾ ਹੀ ਹੈ। ਵੇਖਣ ਨੂੰ ਤੇ ਛੋਟਾ ਜਿਹਾ ਹੀ ਲੱਗਦਾ, ਵੇਖਣ ਨੂੰ ਤੇ ਕੇਵਲ ਇੰਨਾ ਹੀ ਕਹਿਣਾ ਵਾਹਿਗੁਰੂ ਕਹਿਣ ਲੱਗਿਆ ਬਹੁਤਾ ਸਮਾਂ ਨਹੀਂ ਲੱਗਾ, ਇੱਕ ਸਕਿੰਟ ਹੀ ਲੱਗਾ। ਅਸੀਂ ਸੋਚਦੇ ਹਾਂ ਵੀ ਸ਼ਬਦ ਤੇ ਬੜਾ ਨਿੱਕਾ ਜਿਹਾ, ਇਹਦਾ ਫਲ ਇੰਨਾ ਵੱਡਾ ਕਿਵੇਂ ਹੋਵੇਗਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਫਲ ਤੇਰੇ ਸਾਹਮਣੇ ਦੱਸਿਆ। ਵੇਖਣ ਨੂੰ ਤੇ ਗੁਰਮੁਖਾ ਹੀਰਾ ਵੀ ਨਿੱਕਾ ਜਿਹਾ ਲੱਗਿਆ, ਪਰ ਜਦੋਂ ਵੇਚਿਆ ਔਰੰਗਜ਼ੇਬ ਵਰਗਿਆਂ ਦੇ ਕੋਲੋਂ ਵੀ ਮਾਇਆ ਨਹੀਂ ਦਿੱਤੀ ਜਾ ਸਕੀ। ਵੇਖਣ ਨੂੰ ਤੇ ਤੇਰੇ ਅਕਾਊਂਟ ਦਾ ਚੈੱਕ ਵੀ ਨਿੱਕਾ ਜਿਹਾ ਲੱਗਦਾ ਹੈ, ਕੋਈ ਡੀਡੀ ਵਗੈਰਾ ਕਰਾਈ ਹੈ, ਲੱਗਦੀ ਤੇ ਛੋਟੀ ਜੀ ਹੈ, ਪਰ ਜਦੋਂ ਜਾ ਕੇ ਉਸ ਨੂੰ ਦਿੱਤਾ ਜਾਂਦਾ ਬੇਅੰਤ ਲక్ష్ਮੀ ਮਿਲ ਕੇ ਘਰ ਭਰ ਜਾਂਦਾ ਹੈ। ਵੇਖਣ ਨੂੰ ਤੇ ਬੋਹੜ ਦੇ ਰੁੱਖ ਦੀ ਗੋਲ ਵੀ ਨਿੱਕੀ ਜੀ ਲੱਗਦੀ ਹੈ, ਬੋਹੜ ਦਾ ਬੀ ਵੀ ਨਿੱਕਾ ਜਿਹਾ ਹੀ ਲੱਗਦਾ ਹੈ, ਪਰ ਕਹਿਣ ਲੱਗੇ ਜਦੋਂ ਉਸ ਨੂੰ ਮਿੱਟੀ ਵਿੱਚ ਬੀਆ ਜਾਂਦਾ ਹੈ ਉਹ ਐਡਾ ਵੱਡਾ ਰੁੱਖ ਬਣ ਜਾਂਦਾ ਹੈ। ਗੁਰਮੁਖਾ ਐਸੇ ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਵੇਖਣ ਨੂੰ ਤੇ ਛੋਟਾ ਜਿਹਾ ਹੀ ਲੱਗਦਾ ਹੈ ਵੀ ਇਹ ਨਿੱਕਾ ਜਿਹਾ ਸ਼ਬਦ ਮਹਾਰਾਜ ਨੇ ਦੇ ਦਿੱਤਾ ਵਾਹਿਗੁਰੂ। ਤੇ ਪਰ ਪਾਤਸ਼ਾਹ ਕਹਿਣ ਲੱਗੇ ਜਾਨੀਏ ਮਹਾਤਮ ਗਏ ਹਰ ਦੁਆਰ ਜੀ। ਜਦੋਂ ਰੱਬ ਦੇ ਦਰਵਾਜ਼ੇ ਤੇ ਜਾਵੇਂਗਾ ਨਾ ਗੁਰਮੁਖਾ ਸਰੀਰ ਛੱਡ ਕੇ, ਉਦੋਂ ਤੈਨੂੰ ਕੀਮਤ ਪਵੇਗੀ, ਉਦੋਂ ਤੈਨੂੰ ਪਤਾ ਲੱਗੇਗਾ ਕਿ ਰੱਬ ਦਾ ਨਾਮ ਕਿੰਨਾ ਵੱਡਾ। ਬੋਲੇ ਸੋ ਨਿਹਾਲ। ਇਹ ਨਾਮ ਦੀ ਮਹਿਮਾ ਕੋਈ ਦੱਸ ਨਹੀਂ ਸਕਦਾ, ਨਾਮ ਦਾ ਕੋਈ ਮੁੱਲ ਦੇ ਨਹੀਂ ਸਕਦਾ, ਨਾਮ ਦੀ ਕੋਈ ਕੀਮਤ ਪਾ ਨਹੀਂ ਸਕਦਾ ਹੈ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਇਹ ਬਚਨ ਆਪਾਂ ਪੜ੍ਹਦੇ ਹਾਂ, ਦੁਨੀਆ ਦੇ ਤਮਾਮ ਪਦਾਰਥ ਆਪਾਂ ਇਕੱਠੇ ਕਰਕੇ ਰੱਖ ਲਈਏ, ਨਾਮ ਦਾ ਮਹਾਤਮ ਕੋਈ ਨਹੀਂ ਦੇ ਸਕਦਾ। ਤੇ ਬਚਨ ਆਪਾਂ ਹੁਣੇ ਪੜ੍ਹਿਆ ਸੀ, ਤੁਸੀਂ ਜਪ ਕਰ ਲਓ, ਤਪ ਕਰ ਲਓ, ਪੁੰਨ ਦਾਨ ਕਰ ਲਓ,
ਇਹ ਜੋ ਕੁਝ ਕਰਾਂਗੇ ਜਪ ਕਰਨ ਵਾਸਤੇ ਵੀ ਬੜਾ ਟਾਈਮ ਚਾਹੀਦਾ। ਜਪ ਕਹਿ ਦੇਣਾ ਬੜਾ ਸੌਖਾ ਹੈ, ਜਪ ਕਰਨਾ ਗੁਰਮੁਖੋ ਬੜਾ ਔਖਾ ਜੇ। ਪਿਛਲਾ ਇਤਿਹਾਸ ਪੜ੍ਹ ਲਓ ਪਿਛਲੇ ਲੋਕਾਂ ਦਾ। ਠੰਡੇ ਪਾਣੀ ਵਿੱਚ ਆ ਜਿਹੜੇ ਦਿਨ ਚੱਲਦੇ ਪਏ ਠੰਡ ਦੇ, ਪੋਹ ਮਾਘ ਦੇ, ਇਹਨਾਂ ਦਿਨਾਂ ਵਿੱਚ ਠੰਡੇ ਪਾਣੀ ਵਿੱਚ ਰਾਤ ਨੂੰ ਜਾ ਕੇ ਸਾਰੀ ਰਾਤ ਖੜੇ ਰਹਿਣਾ ਤੇ ਫਿਰ ਮੁੱਖੋਂ ਜਾਪ ਕਰਨੇ ਮੰਤਰਾਂ ਦੇ, ਉਹਨੂੰ ਕਿਹਾ ਜਾਂਦਾ ਵੀ ਜਪ ਕੀਤਾ ਹੈ। ਜਪ ਕਰਨਾ ਇੰਨਾ ਸੌਖਾ ਨਹੀਂ। ਤੇ ਕਲਯੁਗ ਦੇ ਵਿੱਚ ਸਰੀਰ ਬੜੇ ਕਮਜ਼ੋਰ ਨੇ, ਅਸੀਂ ਜਪ ਦਾ ਭਾਰ ਚੁੱਕ ਨਹੀਂ ਸਕਦੇ, ਝੱਟ ਬਿਮਾਰ ਹੋ ਜਾਵਾਂਗੇ, ਰੋਗ ਲੱਗ ਜਾਏਗਾ। ਤਪ ਕਹਿਣਾ ਬੜਾ ਸੌਖਾ ਹੈ ਪਰ ਤਪ ਕਰਨਾ ਬੜਾ ਔਖਾ ਹੈ। ਜਦੋਂ ਹਾੜ ਦੇ ਦਿਨ ਹੁੰਦੇ ਨਾ, ਜੂਨ ਜੁਲਾਈ ਦੇ ਦਿਨ ਹੁੰਦੇ, ਅਸੀਂ ਪੱਖੇ ਬਿਨਾਂ ਠੰਡੀ ਹਵਾ ਬਿਨਾਂ ਨਹੀਂ ਰਹਿ ਸਕਦੇ। ਉਹਨਾਂ ਦਿਨਾਂ ਦੇ ਵਿੱਚ ਧੁੱਪ ਦੇ ਵਿੱਚ ਅੱਗ ਬਾਲ ਕੇ ਧੂਣੀ ਤਾ ਕੇ ਤੇ ਉਹਦੇ ਕੋਲ ਬਹਿ ਕੇ ਫਿਰ ਮੰਤਰ ਪੜ੍ਹਨੇ। ਕੋਈ ਪੜ੍ਹ ਸਕੇਗਾ ਅੱਜ ਦੇ ਸਮੇਂ ਵਿੱਚ? ਪੜ੍ਹੇਗਾ ਤੇ ਬਿਮਾਰ ਹੋ ਜਾਏਗਾ। ਨਹੀਂ, ਇਹ ਸਰੀਰ ਇੰਨਾ ਭਾਰ ਚੁੱਕ ਹੀ ਨਹੀਂ ਸਕਦਾ ਹੈ। ਜਪ ਤੇ ਤਪ ਕਹਿਣਾ ਬੜਾ ਸੌਖਾ ਪਰ ਕਰਨਾ ਬੜਾ ਔਖਾ। ਫਿਰ ਵੀ ਗੁਰਮੁਖੋ ਚਲੋ ਮੰਨ ਲਓ ਵੀ ਕਰ ਵੀ ਲਿਆ ਕਿਸੇ ਨੇ, ਤੇ ਫਲ ਉਹਦਾ ਕਿੰਨਾ ਕੁ ਹੈ? ਜਿੱਥੇ ਜਾ ਕੇ ਤੂੰ ਲੇਖਾ ਦੇਣਾ ਉੱਥੋਂ ਤੱਕ ਤੇ ਤੇਰਾ ਉਹ ਚੀਜ਼ ਪਹੁੰਚਣੀ ਨਹੀਂ ਤੇਰੇ ਨਾਲ, ਉਹ ਤੇਰੀ ਰਸਤੇ ਵਿੱਚ ਹੀ ਖੋ ਲੈ ਜਾਣੀ ਕਿਸੇ ਨੇ। ਮਿਹਨਤ ਵੀ ਬੜੀ ਲਾਈ ਹੈ, ਸਮਾਂ ਵੀ ਬੜਾ ਲਾਇਆ ਹੈ, ਪਰ ਜਿੱਥੇ ਜਾ ਕੇ ਉਹ ਚੀਜ਼ ਪਹੁੰਚਾਉਣੀ ਹੈ ਉੱਥੋਂ ਤੱਕ ਉਹ ਪਹੁੰਚੀ ਨਹੀਂ, ਰਸਤੇ ਵਿੱਚ ਹੀ ਖੋਈ ਗਈ। ਤੇ ਫਿਰ ਗੁਰਮੁਖੋ ਕਿਉਂ ਨਾ ਹੋਵੇ ਨਾਮ ਜਪਿਆ ਜਾਏ। ਹੈ ਸ਼ਬਦ ਛੋਟਾ ਜਿਹਾ ਤੇ ਫਲ ਹੁਣੇ ਆਪਾਂ ਸਰਵਣ ਕੀਤਾ ਵੀ ਏਡਾ ਵੱਡਾ ਕੋਈ ਦੁਨੀਆ ਦਾ ਵਿਅਕਤੀ ਫਲ ਦੇ ਹੀ ਨਹੀਂ ਸਕਦਾ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਪਾਠ ਸੁਣਾਇਆ ਨਾ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦੀ ਬਾਣੀ ਦਾ। ਸਤਿਗੁਰਾਂ ਨੇ ਪਾਠ ਸੁਣ ਕੇ ਮਨ ਵਿੱਚ ਸੋਚਿਆ ਆਪਣੇ ਸਿੱਖ ਨੂੰ ਕੀ ਦਈਏ। ਤੇ ਸੋਚਦਿਆਂ ਮਹਾਰਾਜ ਇੰਦਰ ਦੇ ਰਾਜ ਤੱਕ ਪਹੁੰਚ ਗਿਆ ਵੀ ਇੰਦਰ ਦਾ ਰਾਜ ਦੇ ਦਈਏ, ਸਵਰਗਾਂ ਦਾ ਰਾਜਾ ਬਣਾ ਦਈਏ। ਤੇ ਮਨ ਵਿੱਚ ਵਿਚਾਰ ਆਈ ਨਹੀਂ, ਜਪਜੀ ਸਾਹਿਬ ਦੇ ਪਾਠ ਦੇ ਮੁਕਾਬਲੇ ਤੇ ਇੰਦਰ ਦਾ ਰਾਜ ਵੀ ਨਹੀਂ ਹੋ ਸਕਦਾ, ਉਹ ਵੀ ਤੁੱਛ ਹੀ ਹੈ, ਥੋੜਾ ਹੀ ਹੋਵੇਗਾ। ਤੇ ਦੁਨੀਆ ਦੇ ਪਦਾਰਥਾਂ ਵਿੱਚੋਂ ਸਭ ਤੋਂ ਵੱਡਾ ਪਦਾਰਥ ਇੰਦਰ ਦਾ ਰਾਜ ਹੈ, ਸਾਰੇ ਦੇਵਤਿਆਂ ਦੇ ਉੱਪਰ ਰਾਜ ਕਰਨਾ। ਪਰ ਨਾਮ ਦੇ ਮੁਕਾਬਲੇ ਤੇ ਉਹ ਵੀ ਮਹਾਰਾਜ ਨੇ ਛੋਟਾ ਹੀ ਜਾਣਿਆ ਵੀ ਨਹੀਂ, ਇਹ ਵੀ ਉਹਦੇ ਮੁਕਾਬਲੇ ਨਹੀਂ ਪਹੁੰਚੇਗਾ, ਇੰਨਾ ਵੱਡਾ ਇਨਾਮ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਗੁਰੂ ਦੇ ਬਚਨ ਮੰਨੇਗਾ ਨਾ, ਤੇ ਗੁਰੂ ਦੇ ਬਚਨਾਂ ਦੀ ਬੜੀ ਭਾਰੀ ਕੀਮਤ ਹੈ। ਅਵਰ ਯਤਨ ਕਰ ਰਹਿ ਬਹੁ ਤੇਰੇ, ਹੋਰ ਤੇ ਬੜੇ ਯਤਨ ਕੀਤੇ, ਜਪ ਕੀਤੇ, ਤਪ ਕੀਤੇ, ਪੁੰਨ ਤੇ ਦਾਨ ਕੀਤੇ, ਪਰ ਉਹ ਯਤਨ ਗੁਰਮੁਖਾ ਪਰਲੋਕ ਦੇ ਵਿੱਚ ਮੈਨੂੰ ਬਹੁਤਾ ਸੁੱਖ ਨਹੀਂ ਦੇ ਸਕੇ। ਤਿੰਨ ਤਿਲ ਨਹੀਂ ਕੀਮਤ ਜਾਨੀ, ਉਹਨਾਂ ਦੀ ਬਹੁਤੀ ਕੀਮਤ ਪਰਲੋਕ ਵਿੱਚ ਨਹੀਂ ਪੈਂਦੀ ਹੈ। ਵੇਖੋ ਮਿਹਨਤ ਬੜੀ ਕਰਨੀ ਪਈ, ਠੰਡ ਵਿੱਚ ਪਾਣੀ ਵਿੱਚ ਖਲੋਤਾ ਹੈ, ਗਰਮੀ ਵਿੱਚ ਅੱਗ ਦੀ ਧੂਣੀ ਤਾ ਕੇ ਉਹਦੇ ਕੋਲ ਬੈਠਾ ਹੈ, ਕਈ ਤਰ੍ਹਾਂ ਦੇ ਮੰਤਰ ਜਪੇ, ਪਰ ਇਹਨਾਂ ਚੀਜ਼ਾਂ ਦੀ ਬਹੁਤੀ ਕੀਮਤ ਪਰਲੋਕ ਵਿੱਚ ਨਹੀਂ ਹੋ ਪਈ। ਪਰ ਨਾਮ ਜਪਿਆ ਤੇ ਭਾਰੀ ਕੀਮਤ ਪੈ ਜਾਂਦੀ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਦਾ ਨਾਮ ਨਿਰਮੋਲਕ ਹੀਰਾ ਹੈ। ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਪਦਾਰਥ ਹੀਰਾ ਮੰਨਿਆ ਜਾਂਦਾ ਹੈ, ਤੇ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ ਹੀਰੇ ਦੇ ਮੁਕਾਬਲੇ। ਪਰ ਅਸਲ ਵਿੱਚ ਸੈਂਕੜੇ ਹੀਰੇ ਵੀ ਇਕੱਠੇ ਹੋ ਜਾਣ ਤੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਇਹਦੇ ਤੋਂ ਵੱਡੀ ਕੋਈ ਉਦਾਹਰਨ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਰੂਪੀ ਅੰਮ੍ਰਿਤ ਜਿਹੜਾ ਸਤਿਗੁਰਾਂ ਨੇ ਦਿੱਤਾ, ਇਹ ਨਿਰਮੋਲਕ ਹੀਰਾ ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ। ਗੁਰ ਦੀਨੋ ਮਨਤਾਨੀ, ਇਹ ਗੁਰੂ ਨੇ ਮੈਨੂੰ ਮੰਤਰ ਦਿੱਤਾ ਹੈ, ਇਹ ਮੰਤਰ ਬਖਸ਼ਿਆ ਵੀ ਨਾਮ ਜਪ, ਇਹ ਐਸਾ ਹੀਰਾ ਦਿੱਤਾ ਮਹਾਰਾਜ ਨੇ ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ। ਡਿੱਗਿਆ ਨਾ ਡੋਲਾ ਦਿਲ ਕਰਿਓ, ਪੂਰਨ ਹੋਏ ਤ੍ਰਿਪਤਾਨੀ। ਜਦੋਂ ਦਾ ਇਹ ਨਾਮ ਮਿਲਿਆ ਨਾ, ਉਦੋਂ ਦਾ ਨਾਮ ਹੈ ਡਿੱਗਿਆ ਤੇ ਨਾਮ ਹੈ ਡੋਲਿਆ। ਨਾਮ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਡਿੱਗਣ ਡੋਲਣ ਤੋਂ ਰਹਿਤ ਹੋ ਗਏ, ਐਸੇ ਗੁਰੂ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਫਿਰ ਮਹਾਰਾਜ ਫਰਮਾਉਂਦੇ ਹਨ, ਡਿੱਗਾ ਨਾ ਡੋਲਾ ਦਿਲ ਕਰ ਰਿਓ। ਨਾ ਮੈਂ ਡਿੱਗਿਆ ਸੰਸਾਰ ਵਿੱਚ ਜਨਮ ਲੈ ਕੇ। ਗੁਰਮੁਖੋ ਸੰਸਾਰ ਵਿੱਚ ਆਉਣਾ ਇਹ ਡਿੱਗਣਾ ਹੈ। ਸੰਸਾਰ ਇੱਕ ਟੋਇਆ ਹੈ, ਇਹ ਨਿਊਨਤਾ ਵਾਲਾ ਪਾਸਾ ਮੰਨਿਆ ਜਾਂਦਾ, ਨੀਵੇਂ ਵਾਲਾ ਪਾਸਾ ਮੰਨਿਆ ਜਾਂਦਾ ਸੰਸਾਰ ਨੂੰ। ਪਰ ਜਦੋਂ ਦਾ ਗੁਰੂ ਨੇ ਮੰਤਰ ਦੇ ਦਿੱਤਾ ਨਾ, ਨਾਮ ਬਖਸ਼ਿਸ਼ ਕਰ ਦਿੱਤਾ,
ਤੇ ਪਾਤਸ਼ਾਹ ਕਹਿਣ ਲੱਗੇ ਉਦੋਂ ਤੋਂ ਲੈ ਕੇ ਡਿੱਗਿਆ ਨਾ, ਮੇਰਾ ਮਨ ਸੰਸਾਰ ਵੱਲੇ ਡਿੱਗਿਆ ਹੀ ਨਹੀਂ ਆ ਕੇ। ਨਾ ਮਨ ਡਿੱਗਿਆ ਤੇ ਨਾ ਜਨਮ ਲੈ ਕੇ ਆਉਣਾ ਪਿਆ। ਮਨ ਦਾ ਡਿੱਗਣਾ ਕੀ ਹੈ? ਦੁਨੀਆ ਦੇ ਸਾਰੇ ਪਦਾਰਥ ਇੱਕ ਪਾਸੇ ਇਕੱਠੇ ਕਰਕੇ ਰੱਖ ਦਿੱਤੇ ਤੇ ਮਨ ਫਿਰ ਵੀ ਉਹਨਾਂ ਨੂੰ ਅੰਗੀਕਾਰ ਨਾ ਕਰੇ। ਦੁਨੀਆ ਦੇ ਤਮਾਮ ਪਦਾਰਥ ਜਿਹੜੇ ਨੇ ਉਹਨਾਂ ਨੂੰ ਕਾਂ ਦੀ ਵਿਸ਼ਟਾ ਦੇ ਸਮਾਨ ਸਮਝ ਲੈਣਾ। ਮੰਨ ਲਓ ਕਾਂ ਦੀ ਵਿਸ਼ਟਾ ਪਈ ਹੈ ਤੇ ਆਪਾਂ ਗਿਲਾਨ ਕਰਾਂਗੇ, ਨਫ਼ਰਤ ਕਰਾਂਗੇ, ਪਰੇ ਦੀ ਲੰਘ ਜਾਵਾਂਗੇ। ਦੁਨੀਆ ਦੇ ਸਾਰੇ ਪਦਾਰਥ ਇੱਕ ਥਾਂ ਤੇ ਪਏ ਨੇ, ਉਹਨਾਂ ਨਾਲ ਇਹੋ ਜਿਹੀ ਗਿਲਾਨ ਹੋ ਜਾਣੀ, ਨਫ਼ਰਤ ਹੋ ਜਾਣੀ, ਮੈਨੂੰ ਕੁਝ ਨਹੀਂ ਚਾਹੀਦਾ। ਇਹਨੂੰ ਕਹਿੰਦੇ ਨਾ ਡਿੱਗਣਾ। ਕੋਈ ਵਿਅਕਤੀ ਆਖਦਾ ਨਾ ਵੀ ਮੈਂ ਕਿਸੇ ਨਾਲ ਦਾ ਨਹੀਂ ਮਾਰਿਆ, ਮੈਂ ਹੇਰਾ ਫੇਰੀ ਨਹੀਂ ਕੀਤੀ ਹੈ, ਉਹਦਾ ਕਾਰਨ ਇਹ ਹੈ ਵੀ ਤੇਰਾ ਦਾ ਲੱਗਾ ਨਹੀਂ ਹੈ। ਲੱਗ ਜਾਂਦਾ ਤੇ ਬਖਸ਼ਣਾ ਤੇ ਤੂੰ ਵੀ ਨਹੀਂ ਸੀ। ਡਿੱਗਣ ਤੋਂ ਭਾਵ ਹੁੰਦਾ ਦਾ ਵੀ ਲੱਗੇ, ਮੌਕਾ ਵੀ ਮਿਲੇ, ਸਭ ਕੁਝ ਹੋਵੇ, ਫਿਰ ਵੀ ਤੂੰ ਕੁਝ ਨਾ ਕਰੇ। ਇਹ ਅਸਲ ਵਿੱਚ ਨਾ ਡਿੱਗਣਾ। ਦੁਨੀਆ ਦੇ ਪਦਾਰਥ ਇੱਕ ਪਾਸੇ ਤਮਾਮ ਇਕੱਠੇ ਕਰਕੇ ਰੱਖ ਦੇਵੋ ਪਰ ਫਿਰ ਵੀ ਮਨ ਉਧਰ ਨਾ ਜਾਵੇ, ਉਹਨੂੰ ਕਹਿੰਦੇ ਨਾ ਡਿੱਗਣਾ। ਤੇ ਜਦੋਂ ਗੁਰੂ ਨੇ ਮੰਤਰ ਦਿੱਤਾ ਡਿੱਗੈ ਨਾ, ਮੇਰਾ ਮਨ ਪਦਾਰਥਾਂ ਵੱਲੇ ਗਿਆ ਹੀ ਨਹੀਂ, ਡਿੱਗਿਆ ਹੀ ਨਹੀਂ, ਮਨ ਨੇ ਚਾਹਿਆ ਹੀ ਨਹੀਂ ਵੀ ਇਹ ਪਦਾਰਥ ਮਿਲ ਜਾਣ। ਤੇ ਦੂਜਾ ਬਚਨ ਮਹਾਰਾਜ ਨੇ ਆਖਿਆ ਡੋਲੈ ਨਾ। ਇਹ ਮਨ ਕੁਮਾਰਗਾਂ ਵਿੱਚ ਵੀ ਨਹੀਂ ਡੋਲਿਆ। ਰਸਤੇ ਤੇ ਤੁਰਿਆ ਜਾਂਦਾ ਸੀ ਪਰ ਤੁਰੇ ਤੁਰੇ ਜਾਂਦੇ ਇਹਦੇ ਮਨ ਵਿੱਚ ਕਈ ਤਰ੍ਹਾਂ ਦੇ ਮਾੜੇ ਚੰਗੇ ਵਿਚਾਰ ਆਏ ਪਰ ਮਨ ਨਹੀਂ ਡੋਲਿਆ। ਕਹਿਣ ਲੱਗਾ ਨਹੀਂ, ਗੁਰੂ ਦੇ ਘਰ ਹੀ ਜਾਵਾਂਗਾ, ਮਾੜੇ ਰਸਤੇ ਨੂੰ ਨਹੀਂ ਅਪਣਾਵਾਂਗਾ। ਇਹ ਕਹਿੰਦੇ ਕੁਮਾਰਗ ਵੱਲ ਨਾ ਜਾਣਾ। ਇੱਕ ਹੁੰਦਾ ਮੌਕਾ ਨਾ ਮਿਲਣਾ, ਇੱਕ ਹੁੰਦਾ ਮੌਕਾ ਮਿਲਿਆ ਫਿਰ ਵੀ ਨਹੀਂ ਉੱਧਰ ਤੁਰਿਆ। ਇਹ ਗੁਰੂ ਬਖਸ਼ਿਸ਼ਾਂ ਕਰ ਦਿੰਦਾ, ਸਰੀਰ ਕਰਕੇ ਨਹੀਂ। ਗੁਰੂ ਪਾਤਸ਼ਾਹ ਤੈਨੂੰ ਮਨ ਕਰਕੇ ਵੀ ਬਚਾ ਦਿੰਦੇ। ਤੇਰਾ ਮਨ ਇਹਨਾਂ ਫੁਰਨਿਆਂ ਵਿੱਚ ਪੈਂਦਾ ਹੀ ਨਹੀਂ ਗੁਰਮੁਖਾ, ਐਸੀਆਂ ਦਾਤਾਂ ਮਿਲ ਜਾਂਦੀਆਂ। ਡਿੱਗੈ ਨਾ, ਡੋਲੈ ਨਾ। ਨਾ ਮਨ ਸੰਸਾਰ ਦੇ ਪਦਾਰਥਾਂ ਵੱਲ ਡਿੱਗਿਆ, ਨਾ ਮਨ ਸੰਸਾਰ ਵਿੱਚ ਵਿਸ਼ੇ ਵਿਕਾਰਾਂ ਵਿੱਚ ਡੋਲਿਆ। ਨਾ ਕਦੇ ਕਾਮੀ ਹੋਇਆ, ਨਾ ਕਦੇ ਲੋਭੀ ਹੋਇਆ, ਨਾ ਕਦੇ ਕ੍ਰੋਧੀ ਹੋਇਆ, ਨਾ ਕਦੇ ਹੰਕਾਰ ਆਇਆ। ਐਸੀ ਦਾਤ ਮਹਾਰਾਜ ਬਖਸ਼ਿਸ਼ ਕਰ ਦਿੰਦੇ, ਐਸੀਆਂ ਦਾਤਾਂ ਮਹਾਰਾਜ ਦਿੰਦੇ ਹਨ। ਦ੍ਰਿੜ ਕਰ ਰਹੇ ਹੋ ਤੇ ਮਨ ਪੱਕਾ ਹੋ ਗਿਆ ਗੁਰੂ ਦੇ ਸ਼ਬਦ ਵਿੱਚ, ਗੁਰੂ ਸਿੱਖਿਆ ਵਿੱਚ ਪੱਕਾ ਹੋ ਕੇ ਟਿਕ ਗਿਆ ਹੈ। ਪੂਰਨ ਹੋਏ ਤ੍ਰਿਪਤਾਨੀ। ਇਹ ਫਿਰ ਮਨ ਰੱਜ ਗਿਆ ਭਾਈ। ਜਿਨ੍ਹਾਂ ਦਾ ਮਨ ਹੁਣ ਵੇਖੋ ਡੋਲੇਗਾ ਹੀ ਨਹੀਂ ਪਦਾਰਥਾਂ ਨੂੰ ਵੇਖ ਕੇ, ਵਿਕਾਰਾਂ ਨੂੰ ਵੇਖ ਕੇ, ਤੇ ਫਿਰ ਉਹ ਗੁਰਮੁਖ ਜਿਹੜੇ ਨੇ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ ਹਨ। ਹੋਏ ਜੋ ਬੀਚ ਹਮ ਤੁਮ ਕਛ ਹੋਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜੋ ਸਾਡੇ ਹਿਰਦੇ ਦੇ ਵਿੱਚ ਹਮ ਤੁਮ ਤੋਂ ਭਾਵ ਹੁੰਦਾ ਹੰਗਤਾ ਤੇ ਮਮਤਾ, ਮੋਹ ਤੇ ਹੰਕਾਰ, ਇਹ ਜੋ ਥੋੜਾ ਬਹੁਤਾ ਮਨ ਵਿੱਚ ਹੈ। ਤਿੰਨ ਕੀ ਬਾਤ ਬਿਲਾਨੀ। ਇਹ ਹੁਣ ਬਾਤ ਕੋਈ ਬਹੁਤੀ ਰਹਿ ਨਹੀਂ ਗਈ। ਗੁਰੂ ਨੇ ਕਿਰਪਾ ਇਹੋ ਜਿਹੀ ਕਰ ਦਿੱਤੀ ਹੈ, ਹੰਗਤਾ ਮਮਤਾ ਮੋਹ ਤੇ ਹੰਕਾਰ ਪਾਤਸ਼ਾਹ ਨੇ ਨਾਸ ਹੀ ਕਰ ਦਿੱਤੇ, ਦੂਰ ਹੀ ਕਰ ਦਿੱਤੇ। ਹੁਣ ਸਰੀਰ ਦੇ ਵਿੱਚ ਜਾਂ ਮਨ ਦੇ ਵਿੱਚ ਨਹੀਂ ਰਹਿ ਗਏ ਹਨ। ਅਲੰਕਾਰ ਮਿਲ ਥੈਲੀ ਹੋਈ ਹੈ। ਅਲੰਕਾਰ ਗੁਰਮੁਖੋ ਗਹਿਣੇ ਨੂੰ ਕਹਿੰਦੇ ਨੇ। ਗਹਿਣਾ ਤੁਸੀਂ ਲੈ ਕੇ ਚਲੇ ਜਾਓ ਸੁਨਿਆਰੇ ਦੇ ਕੋਲ ਵੀ ਆ ਮੇਰੇ ਕੋਲ ਗਹਿਣਾ ਹੈ, ਪਰ ਗਹਿਣੇ ਨੇ ਚੁੱਕਿਆ ਤੇ ਕੁਠਾਲੀ ਵਿੱਚ ਪਾ ਦਿੱਤਾ ਗਰਮ ਕਰਨ ਵਾਸਤੇ। ਉਹ ਗਹਿਣਾ ਜਿਹੜਾ ਸੀ ਕੁਠਾਲੀ ਵਿੱਚ ਪਾ ਕੇ ਤੇ ਕਹਿਣ ਲੱਗੇ ਥੈਲੀ ਬਣ ਗਿਆ, ਇੱਕ ਡਲੀ ਬਣ ਗਿਆ। ਉਹ ਗਹਿਣਾ ਫਿਰ ਰਹਿ ਨਹੀਂ ਗਿਆ, ਮੈਲ ਸਾਰੀ ਉਤਰ ਗਈ, ਉਹਦਾ ਆਕਾਰ ਵੀ ਉਤਰ ਗਿਆ ਤੇ ਕੇਵਲ ਇੱਕ ਸੋਨੇ ਦੀ ਡਲੀ ਬਣ ਕੇ ਰਹਿ ਗਿਆ ਹੈ। ਤਾਂ ਤੇ ਕਣਕ ਵਖਾਨੀ। ਇਸ ਕਰਕੇ ਫਿਰ ਸਾਰੇ ਉਸ ਨੂੰ ਇਹ ਨਹੀਂ ਕਹਿਣਗੇ ਵੀ ਇਹ ਝਾਂਜਰ ਸੀ, ਕਿ ਇਹ ਕੋਕਾ ਹੈ, ਕਿ ਇਹ ਕਾਂਟੇ ਕੇ ਵਾਲੀਆਂ ਹੈ। ਸਾਰਿਆਂ ਨੇ ਇਹੋ ਗੱਲ ਹੀ ਕਹਿਣੀ ਵੀ ਇਹ ਸੋਨਾ ਹੀ ਹੈ, ਕਿਉਂਕਿ ਉਹਦਾ ਆਕਾਰ ਕੋਈ ਨਹੀਂ ਰਹਿ ਗਿਆ, ਉਹ ਕੇਵਲ ਇੱਕ ਡਲੀ ਬਣ ਗਿਆ ਸੋਨੇ ਦੀ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਜਿਹੜੇ ਜੀਵਾਂ ਰੂਪੀ ਗਹਿਣੇ ਨੇ, ਤੇ ਪਾਤਸ਼ਾਹ ਕਹਿਣ ਲੱਗੇ ਇਹਨਾਂ ਨੂੰ ਜਦੋਂ ਸਾਧਨਾ ਰੂਪੀ ਕੁਠਾਲੀ ਵਿੱਚ ਪਾਇਆ, ਗੁਰੂ ਨੇ ਕਿਰਪਾ ਕਰ ਦਿੱਤੀ। ਇਹ ਸੋਨੇ ਦੇ ਵਾਂਗ ਜਿਸ ਵੇਲੇ ਸ਼ੁੱਧ ਹੋ ਗਏ ਤੇ ਕਹਿਣ ਲੱਗੇ ਸੁੱਧ ਸਰੂਪ ਜੋ ਪਰਮਾਤਮਾ ਹੈ ਉਹਦੀ ਪ੍ਰਾਪਤੀ ਵਾਲੇ ਇਹ ਡਲੀ ਬਣ ਗਿਆ, ਸੋਨੇ ਦੀ ਡਲੀ ਬਣ ਗਿਆ ਇਹ ਜੀਵ। ਤੇ ਪਾਤਸ਼ਾਹ ਕਹਿਣ ਲੱਗੇ ਤਾਂ ਤੇ ਕਣਕ ਵਖਾਨੀ। ਫਿਰ ਇਸ ਜੀਵ ਨੂੰ ਬ੍ਰਾਹਮੀ ਆਖਿਆ ਜਾਂਦਾ। ਜਦੋਂ ਸੋਨੇ ਵਰਗੇ ਸੁੱਧ ਹੋ ਜਾਵਾਂਗੇ ਫਿਰ ਉਸ ਨੂੰ ਬ੍ਰਹਮ ਕਿਹਾ ਜਾਂਦਾ, ਬ੍ਰਹਮ ਗਿਆਨੀ ਕਿਹਾ ਜਾਂਦਾ, ਸਾਧੂ ਕਿਹਾ ਜਾਂਦਾ। ਐਸੀਆਂ ਦਾਤਾਂ ਮਿਲਦੀਆਂ ਹਨ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ,
ਬਾਜੇ ਅਨਹਦ ਬਾਣੀ। ਅਨਾਹਦ ਬਾਣੀ ਦੇ ਬਾਜੇ ਜਿਨ੍ਹਾਂ ਦੇ ਅੰਦਰ ਵੱਜੇ ਨੇ ਉਹਨਾਂ ਨੂੰ ਪ੍ਰਗਟਿਓ ਸਹਿਜ, ਪ੍ਰਗਟਿਓ ਜੋਤ, ਜੋਤੀ ਸਰੂਪ ਪਰਮਾਤਮਾ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ। ਉਹਨਾਂ ਨੂੰ ਸਹਿਜੇ ਸੁਖ ਤੇ ਸੋਭਾ ਜਿਹੜੀ ਪ੍ਰਾਪਤ ਹੁੰਦੀ ਹੈ। ਕਹੋ ਨਾਨਕ ਨੇਚਲ ਕਰ ਬਾਧਿਓ, ਗੁਰ ਕੀਓ ਬੰਦਾਨੀ। ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਹੁਣ ਤੇ ਨਿਸ਼ਚਲ ਸਰੂਪ ਦੇ ਵਿੱਚ ਹੀ ਘਰ ਵੱਜ ਗਿਆ ਹੈ, ਨਿਸ਼ਚਲ ਸਰੂਪ ਦੀ ਪ੍ਰਾਪਤੀ ਵਾਲੇ ਬਣ ਗਏ ਆ। ਗੁਰ ਕੀਓ ਬੰਧਾਨੀ, ਇਹ ਘਰ ਗੁਰੂ ਨੇ ਮੇਰੇ ਕੋਲੋਂ ਬਣਵਾਇਆ ਹੈ, ਮੇਰੇ ਤੇ ਕਿਰਪਾ ਕਰਕੇ ਮੇਰੇ ਕੋਲੋਂ ਇਹ ਘਰ ਬਣਵਾਇਆ ਹੈ। ਬਣਵਾਉਣਾ ਕੀਤਾ ਮੇਰੇ ਤੇ ਮਿਹਰ ਦਾ ਹੱਥ ਦੇ ਕੇ ਕਿਰਪਾ ਕਰਕੇ ਨਿਸ਼ਚਲ ਸਰੂਪ ਦੇ ਵਿੱਚ ਮੈਂ ਪ੍ਰਾਪਤੀ ਵਾਲਾ ਬਣ ਗਿਆ। ਸਮੇਂ ਦੀ ਸਮਾਪਤੀ ਪੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਪ੍ਰਗਟਿਓ ਜੋਤ ਸਹਿ ਸੁਖ ਸੋਭਾ, ਬਾਜੇ ਅਨਹਦ ਬਾਣੀ। ਕਹੋ ਨਾਨਕ ਨੇਚਲ ਕਰ ਬਾਧਿਓ, ਗੁਰ ਕੀਓ ਬੰਦਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।